ਹੈਲੋ एवरीवन ਵੈਰੀ ਗੁੱਡ ਈਵਨਿੰਗ ਟੂ ਆਲ। ਵੈਲਕਮ ਟੂ ਸਕਸੈਸ ਟੀ ਪੰਜਾਬ। ਸਫਲਤਾ ਦੇ ਰੁੱਖ ਵਿੱਚ ਤੁਹਾਡਾ ਸਾਰਾ ਦਾ ਨਿੱਘਾ ਸਵਾਗਤ ਹੈ। ਮੇਰਾ ਨਾਮ ਹੈ ਜਸਕਰਨ ਸਿੰਘ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਦੇ ਸੈਸ਼ਨ ਦੀ ਗੱਲ ਕਰੀਏ, ਜਿਹੜਾ ਅੱਜ ਦਾ ਸੈਸ਼ਨ ਆਪਾਂ ਰਹੂਗਾ ਇਹ ਕਿਤੇ ਰਹੂਗਾ, ਸਟੈਟਿਕ ਜੀ ਕਿਤੇ ਰਹੂਗਾ। ਅੱਜ ਦਾ ਸੈਸ਼ਨ ਅਗਰ ਆਪਾਂ ਗੱਲ ਕਰੀਏ ਤਾਂ ਇਹ ਕਿਤੇ ਰਹੂਗਾ, ਸਟੈਟਿਕ ਜੀ ਕਿਤੇ ਰਹੂਗਾ। ਤਾਂ ਸਟੈਟਿਕ ਜੀਕੇ ਦੇ ਵਿੱਚ ਅਗਰ ਆਪਾਂ ਅੱਜ ਦੇ ਸੈਸ਼ਨ ਦੇ ਵਿੱਚ ਕੀ ਕਵਰ ਕਰਨ ਜਾ ਰਹੇ ਹਾਂ ਤਾਂ ਉਹਦੇ ਵਿੱਚ ਅਗਰ ਤੁਹਾਨੂੰ ਯਾਦ ਹੋ ਰੀਸੈਂਟਲੀ ਕੁਝ ਅਵਾਰਡ ਦੀ ਡਿਸਟ੍ਰੀਬਿਊਸ਼ਨ ਕੀਤੀ ਗਈ ਸੀ। ਉਹ ਕਿਹੜੇ ਅਵਾਰਡ ਸੀ? ਉਹ ਸੀਗੇ ਨੋਬਲ ਪ੍ਰਾਈਜ਼ ਸੀਗੇ। ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਨੋਬਲ ਪ੍ਰਾਈਜ਼ ਬਾਰੇ ਹੀ ਦੇਖਾਂਗੇ, ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਜੋ ਚੀਜ਼ਾਂ ਚੱਲ ਰਹੀਆਂ। ਮਤਲਬ ਨੋਬਲ ਪ੍ਰਾਈਜ਼ ਦੀ ਕੀ ਖਾਸੀਅਤ ਹੈ, ਕਿਵੇਂ ਸਟਾਰਟ ਹੋਈ ਸੀ, ਕਿਹੜੇ ਪਰਸਨ ਕਰਕੇ ਸਟਾਰਟ ਹੋਈ ਸੀ, ਕਿਉਂ ਸਟਾਰਟ ਹੋਈ ਸੀ, ਜੋ ਵੀ ਹੈ ਉਹ ਸਾਰਾ ਆਪਾਂ ਅੱਜ ਦੀ ਕਲਾਸ ਦੇ ਵਿੱਚ ਕਵਰ ਕਰ ਲਾਂਗੇ। ਚਲੋ ਫਿਰ ਦੇਖੋ, ਤੇ ਇਹ ਜਿਹੜੀ ਸਾਰੀ ਲਿਸਟ ਹੈ ਇਹਨਾਂ ਦੀ ਗੱਲ ਕਰੀਏ ਤਾਂ ਇਹ ਉਹ ਪਰਸਨ ਹੈ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਕਰੋ 2022 ਦੇ ਵਿੱਚ, ਮਤਲਬ ਇਸ ਸਾਲ ਦੇ ਵਿੱਚ ਕੀ ਮਿਲਿਆ? ਨੋਬਲ ਪ੍ਰਾਈਜ਼। ਤੇ ਇਹ ਜਿਹੜੀ ਤੁਸੀਂ ਫੋਟੋ ਦਿਖ ਰਹੇ ਹੋਵੋਗੇ 골ਡਨ ਮੈਡਲ ਤੇ, ਹਨਾ, ਇਹ ਕੌਣ ਨੇ? ਇਹ ਅਲਫਰੈਡ ਮੈਡਲ ਹੀ ਨੇ, ਸੌਰੀ ਅਲਫਰੈਡ ਨੋਬਲ ਹੀ ਨੇ। ਕੌਣ ਹੈ? ਅਲਫਰੈਡ ਨੋਬਲ। ਓਕੇ, ਹੁਣ ਅਗਰ ਆਪਾਂ ਨੋਬਲ ਪ੍ਰਾਈਜ਼ ਦੀ ਗੱਲ ਕਰਦੇ ਹਾਂ, ਅਲਫਰੈਡ ਨੋਬਲ ਦੀ ਅਗਰ ਗੱਲ ਨਾ ਹੋਵੇ ਪੋਸੀਬਲ ਨਹੀਂ ਹੈ, ठीक है। तो अल्फ्रेड नोबल बारे अगर आप स्टार्टिंग तो देखिए तो अल्फ्रेड नोबल कौन सी ये परसन है, ठीक है। इन्हां दा जन्म देखा जाए तो 1833 ਦੇ ਵਿੱਚ ਇਹਨਾਂ ਜਨਮ ਹੋਇਆ ਸੀ। ਜਦੋਂ 1833 ਦੇ ਵਿੱਚ ਇਹਨਾਂ ਜਨਮ ਹੋਇਆ ਸੀ ਉਹ ਤੋਂ ਕਿੱਥੇ ਹੋਇਆ ਸੀ? ਸਟਾਕਹੋਮ ਸਵੀਡਨ ਦੇ ਵਿੱਚ ਇਹਨਾਂ ਜਨਮ ਹੋਇਆ ਸੀ। ਕਿੱਥੇ? ਸਟਾਕਹੋਮ ਸਵੀਡਨ ਦੇ ਵਿੱਚ ਇਹਨਾਂ ਜਨਮ ਹੋਇਆ ਸੀ, ਜੋ ਮਤਲਬ ਅੱਗੇ ਜਾ ਕੇ ਕੀ ਬਣੇ ਸੀ? ਫਾਊਂਡਰ ਬਣੇ ਸੀ ਕਾਹਦੇ? ਨੋਬਲ ਪ੍ਰਾਈਜ਼ ਦੇ, ਜਿਨ੍ਹਾਂ ਕਰਕੇ ਹੀ ਨੋਬਲ ਪ੍ਰਾਈਜ਼ ਸ਼ੁਰੂ ਹੋਇਆ ਸੀ। ਹੁਣ ਇਹਨਾਂ ਬਾਰੇ ਗੱਲ ਕਰੀਏ, ਮਤਲਬ ਸਟੱਡੀ ਦੇ ਵਿੱਚ ਸ਼ੁਰੂ ਤੋਂ ਹੀ ਵਧੀਆ ਸੀਗੇ, ਲੇਕਿਨ ਸਟੱਡੀ ਦੇ ਨਾਲ ਨਾਲ ਜੇ ਦੇਖਿਆ ਜਾਵੇ ਤਾਂ ਇਹ ਕੁਝ ਲੈਂਗੁਏਜ ਦੇ ਵਿੱਚ ਮਤਲਬ ਕਾਫੀ ਜ਼ਿਆਦਾ ਮਾਹਿਰ ਸੀਗੇ। ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਇਹਨਾਂ ਨੂੰ 4 ਕੇ 5 ਵੀ ਨਹੀਂ, 5 ਕੇ 6 ਲੈਂਗੁਏਜ ਇਹਨਾਂ ਨੂੰ ਆਉਂਦੀਆਂ ਸੀ। ਉਹ 5 ਜਾਂ 6 ਲੈਂਗੁਏਜ ਦੇਖਿਆ ਜਾਵੇ ਆਪਣੇ ਕੋਲ ਕਿਹੜੀਆਂ ਆ ਗਈਆਂ, ਕਿਉਂਕਿ ਉਹਨੇ ਲਿਖਿਆ ਨਾ ਸੈਵਰਲ ਲੈਂਗੁਏਜ। ਤਾਂ ਸੈਵਰਲ ਲੈਂਗੁਏਜ ਦੇ ਵਿੱਚ ਇਹਨਾਂ ਕੋਲ ਜਿਹੜੀਆਂ ਲੈਂਗੁਏਜ ਸੀਗੀਆਂ ਉਹ ਟੋਟਲ ਮਤਲਬ 5 ਲੈਂਗੁਏਜ ਜਿਹੜੀਆਂ ਕਨਫਰਮ ਨੇ ਵੀ ਜਿਹੜੀਆਂ ਇਹਨਾਂ ਨੂੰ ਆਉਂਦੀਆਂ ਸੀਗੀਆਂ। ਉਹਨਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕਿਹੜੀ ਕਿਹੜੀਆਂ ਆ ਜਾਂਦੀਆਂ? ਉਹਦੇ ਵਿੱਚ ਆ ਜਾਂਦੀ ਹੈ ਪਹਿਲੀ ਇੰਗਲਿਸ਼ ਵੀ ਇਹਨਾਂ ਨੂੰ ਆਉਂਦੀ ਸੀ। ਉਸ ਤੋਂ ਬਾਅਦ ਫ੍ਰੈਂਚ ਤੋਂ ਬਾਅਦ ਇੱਕ ਹੋਰ ਦੀ ਗੱਲ ਕਰੀਏ ਤਾਂ ਜਰਮਨੀ ਤੋਂ ਬਾਅਦ ਬਾਕੀ ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਆ ਗਈ? ਰਸ਼ੀਅਨ ਤੋਂ ਬਾਅਦ ਆਖਰੀ ਲੈਂਗੁਏਜ ਦੀ ਅਗਰ ਗੱਲ ਕਰੀਏ ਤਾਂ ਆਪਣੇ ਕੋਲ ਕਿਹੜੀ ਆ ਗਈ? ਸਵੀਡਨ। ਇਹ 5 ਲੈਂਗੁਏਜਸ ਇਹਨਾਂ ਨੂੰ ਆਉਂਦੀਆਂ ਸੀਗੀਆਂ, ਠੀਕ ਹੈ। ਸ਼ੁਰੂ ਤੋਂ ਹੀ ਲੈ ਕੇ ਬਚਪਨ ਤੋਂ ਲੈ ਕੇ ਇਹਨਾਂ ਨੂੰ ਪੜ੍ਹਨ ਦਾ ਕਾਫੀ ਜ਼ਿਆਦਾ ਸ਼ੌਂਕ ਸੀ, ਜਿਹਦੇ ਕਰਕੇ ਇਹਨਾਂ ਨੇ ਸਾਰੀਆਂ ਹੀ ਚੀਜ਼ਾਂ ਪੜ੍ਹੀਆਂ ਨੇ। ਉਹਦੇ ਕਰਕੇ ਨਾ ਇਹਨਾਂ ਦਾ ਅੱਗੇ ਮਤਲਬ ਇਨ ਫਿਊਚਰ ਦਾ ਕਹਿਣਾ ਮਤਲਬ ਜਦੋਂ ਇਹ ਹੌਲੀ ਹੌਲੀ ਵਧੇਗੇ, ਇਹਨਾਂ ਦਾ ਪੋਇਟਰੀ ਤੇ ਡਰਾਮਾ ਦੇ ਵਿੱਚ ਵੀ ਕਾਫੀ ਰੁਝਾਅ ਰਿਹਾ, ਜਿਹਦੇ ਕਰਕੇ ਇਹਨਾਂ ਨੇ ਉਹ ਸਾਰੀਆਂ ਚੀਜ਼ਾਂ ਵੀ ਲਿਖੀਆਂ ਹੋਈਆਂ ਆਪਣੀ ਲਾਈਫ ਦੇ ਵਿੱਚ, ਠੀਕ ਹੈ। ਪੋਇਟਰੀ ਤੇ ਡਰਾਮੇ ਦੇ ਰਿਲੇਟਡ ਵੀ ਇਹਨਾਂ ਨੇ ਕਾਫੀ ਸਾਰੀ ਚੀਜ਼ਾਂ ਲਿਖੀਆਂ ਆਪਣੀ ਲਾਈਫ ਦੇ ਵਿੱਚ, ਠੀਕ ਹੈ। ਉਸ ਤੋਂ ਸਿਵਾ ਨੈਚੁਰਲ ਸਾਇੰਸ ਦੇ ਵਿੱਚ ਇਹਨਾਂ ਦਾ ਕਾਫੀ ਜ਼ਿਆਦਾ ਇੰਟਰਸਟ ਰਿਹਾ ਸੀ। ਨੈਚੁਰਲ ਸਾਇੰਸ ਦੇ ਵਿੱਚ ਅਗਰ ਆਪਾਂ ਖਾਸ ਗੱਲ ਕਰੀਏ ਤਾਂ ਆਪਾਂ ਨੂੰ ਕੀ ਪਤਾ ਚੱਲਦਾ? ਕੈਮਿਸਟਰੀ ਇੱਕ ਇਹੋ ਜਿਹੀ ਚੀਜ਼ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਖਾਸ ਰੁਝਾਅ ਸੀਗਾ, ਜਿਹਦੇ ਵਿੱਚ ਇਹ ਬਹੁਤ ਡਿਟੇਲ ਦੇ ਵਿੱਚ ਦੇਖਦੇ ਸੀ, ਠੀਕ ਹੈ। ਹੁਣ ਅਗਰ ਕੈਮਿਸਟਰੀ ਦੀ ਗੱਲ ਕਰੀਏ ਤਾਂ ਕੈਮਿਸਟਰੀ ਵਿੱਚ ਅੱਗੇ ਖੋਜ ਚੀਜ਼ ਆ ਜਾਂਦੀ ਹੈ ਕਿ ਇਹਨਾਂ ਨੇ ਆਪਣੀ ਲਾਈਫ ਦੇ ਵਿੱਚ ਕੈਮਿਸਟਰੀ ਵਿੱਚ ਇੰਨੀ ਜ਼ਿਆਦਾ ਰਿਸਰਚ ਕੀਤੀ ਸੀ ਕਿ 1863 ਦੇ ਵਿੱਚ, ਕਦੋਂ? 1863 ਦੇ ਵਿੱਚ ਇਹਨਾਂ ਨੇ ਕੁਝ ਐਕਸਪੈਰੀਮੈਂਟ ਕੀਤੇ ਸੀ। 1863 ਦੇ ਵਿੱਚ ਇਹਨਾਂ ਨੇ ਕੁਝ ਐਕਸਪੈਰੀਮੈਂਟ ਕੀਤੇ ਸੀ। ਉਹ ਜਿਹੜੇ ਐਕਸਪੈਰੀਮੈਂਟ ਸੀ ਕਿਹਦੇ ਬੇਸਿਸ ਦੇ ਸੀ? ਇੱਕ ਨਾਈਟ੍ਰੋਗਲਿਸਰੀਨ ਸੀ। ਕੀ ਸੀ? ਨਾਈਟ੍ਰੋਗਲਿਸਰੀਨ ਸੀ, ਠੀਕ ਹੈ। ਮੈਂ ਇੱਥੇ NG ਲਿਖ ਦਿੰਦਾ, ਸ਼ਾਰਟ ਫਾਰਮ NG। ਇੱਕ ਨਾਈਟ੍ਰੋਗਲਿਸਰੀਨ ਸੀ, ਜਿਹਦੇ ਨਾਲ ਇਹਨਾਂ ਨੇ ਕਿਸ ਚੀਜ਼ ਨੂੰ ਮਿਕਸ ਕਰਤਾ? ਇੱਕ ਬਲੈਕ ਪਾਊਡਰ ਨੂੰ। ਕਿਹਨੂੰ? ਬਲੈਕ ਪਾਊਡਰ। ਉਹ ਜਿਹੜਾ ਬਲੈਕ ਪਾਊਡਰ ਸੀਗਾ ਨਾ, ਉਹ ਬਲੈਕ ਪਾਊਡਰ ਨੂੰ ਜਨਰਲੀ ਮਤਲਬ ਇੱਦਾਂ ਇਹ ਕਹਿੰਦੇ ਸੀ ਉਹ ਵਾਲੀ ਚੀਜ਼ਾਂ ਜਿਹੜੀ ਧਮਾਕਾ ਕਰਦੀ ਹੈ ਜਾਂ ਜਿਹਨੂੰ ਅੱਗ ਫੜ ਲੈਂਦੀ ਹੈ। ਤਾਂ ਇਹਨਾਂ ਨੇ ਕੀ ਕੀਤਾ? ਇਹ ਬਲੈਕ ਪਾਊਡਰ ਨੂੰ ਨਾਈਟ੍ਰੋਗਲਿਸਰੀਨ ਨਾਲ ਮਤਲਬ ਮਿਕਸ ਕਰਕੇ ਇੱਕ ਚੀਜ਼ ਕੀ ਬਣਾਤੀ? ਇਹਦਾ ਧਮਾਕੇ ਵਾਲੀ ਚੀਜ਼ ਬਣਾਤੀ, ਜੋ ਕੀ ਬਣ ਗਿਆ? ਡਾਇਨਾਮਾਈਟ ਬਣ ਗਿਆ। ਡਾਇਨਾਮਾਈਟ ਬਣ ਗਿਆ। ਇਹ ਕਦੋਂ ਦੀ ਗੱਲ ਹੈ? 1863 ਦੀ ਗੱਲ ਹੈ, ਜਦੋਂ ਇਹਨਾਂ ਨੇ ਬਹੁਤ ਸਾਰੇ ਐਕਸਪੈਰੀਮੈਂਟ ਕੀਤੇ ਸੀ। ਇੱਕ ਨਹੀਂ, ਬਹੁਤ ਸਾਰੇ ਐਕਸਪੈਰੀਮੈਂਟ ਕੀਤੇ ਸੀ, ਠੀਕ ਹੈ। ਉਹ ਐਕਸਪੈਰੀਮੈਂਟ ਦੇ ਕਰਕੇ 1863 ਦੇ ਵਿੱਚ ਇਹਨਾਂ ਨੇ, ਕਿਹਨਾਂ ਨੇ? ਅਲਫਰੈਡ ਨੋਬਲ ਨੇ ਆਪਣੇ ਨਾਮ ਦੇ ਨਾਲ 355 355 ਪੇਟੈਂਟ ਕਰਵਾ ਲਏ ਸੀ। ਆਪਣੇ ਹੀ ਨਾਮ ਨਾਲ 355 ਪੇਟੈਂਟ ਹੋਣਾ ਬਹੁਤ ਹੀ ਵੱਡੀ ਗੱਲ ਹੈ, ਠੀਕ ਹੈ। ਉਹ ਪੇਟੈਂਟ ਕਰਵਾ ਲਏ ਸੀ। ਤੇ ਉਸ ਤੋਂ ਫਰਦਰ ਅਗਰ ਗੱਲ ਕਰੀਏ, ਇਹਨਾਂ ਨੇ ਜਿਹੜਾ ਡਾਇਨਾਮਾਈਟ ਕ੍ਰੀਏਟ ਕੀਤਾ ਸੀ, ਠੀਕ ਹੈ, ਆ ਦੋਨਾਂ ਦੀ ਹੈਲਪ ਨਾਲ, ਮਤਲਬ ਨਾਈਟ੍ਰੋਗਲਿਸਰੀਨ ਦੀ ਹੈਲਪ ਨਾਲ ਜਿਹੜਾ ਇਹਨਾਂ ਨੇ ਡਾਇਨਾਮਾਈਟ ਬਣਾਇਆ ਸੀ, ਉਹ ਡਾਇਨਾਮਾਈਟ ਲਈ ਵੀ ਇਹਨਾਂ ਨੇ ਕੀ ਕਰ ਲਿਆ ਸੀ? ਪੇਟੈਂਟ ਕਰਾਇਆ ਸੀ। ਤਾਂ ਉਹ ਪੇਟੈਂਟ ਦੀ ਗੱਲ ਕਰੀਏ, ਉਹ
ਪੇਟੈਂਟ ਕਦੋਂ ਕਰਾਇਆ ਇਹਨਾਂ ਨੇ 1867 ਦੇ ਵਿੱਚ, ਮਤਲਬ ਜੋ ਰਿਕਾਰਡ ਦੇ ਵਿੱਚ ਹੈਗਾ, ਜੋ ਰਿਕਾਰਡ ਦੇ ਵਿੱਚ ਹੈਗਾ ਉਹਦੇ ਅਕੋਰਡਿੰਗ ਗੱਲ ਕਰੀਏ ਤਾਂ 1867 ਦੇ ਵਿੱਚ ਇਹਨਾਂ ਕੋਲ ਕਿਸੇ ਡਾਇਨਾਮਾਈਟ ਦਾ ਮਤਲਬ ਪੇਟੈਂਟ ਵੀ ਸੀਗਾ। ਠੀਕ ਹੈ, 1867 ਤਾਂ ਇਹ ਚੀਜ਼ ਆਪਣੇ ਲਈ ਇੰਪੋਰਟੈਂਟ ਹੈ। ਮੈਂ ਉਰੇ ਮਾਰਕ ਕਰ ਦੇਣਾ ਵੀ ਇਹ ਚੀਜ਼ ਆਪਣੇ ਲਈ ਕੀ ਹੈ, ਇੰਪੋਰਟੈਂਟ ਹੈ। ਠੀਕ ਹੈ, ਇਹਦੀ ਲੋੜ ਨਹੀਂ, ਇਹ ਵੀ ਆਪਣੇ ਲਈ ਇੰਪੋਰਟੈਂਟ ਹੈ ਵੀ ਜਿਹੜੇ ਉਹਨਾਂ ਨੇ ਪੇਟੈਂਟ ਕਰਾਏ ਸੀ ਟੋਟਲ ਕਿੰਨੇ ਹੈ, 355 ਉਹਨਾਂ ਕੋਲ ਪੇਟੈਂਟ ਸੀਗੇ। ਫਰਦਰ ਅਗਰ ਗੱਲ ਕਰੀਏ ਜਿਹੜਾ ਇਹਨਾਂ ਨੇ ਪੇਟੈਂਟ ਮਤਲਬ ਜਿਹੜੀ ਇਹਨਾਂ ਨੇ ਡਿਸਕਵਰੀ ਤਾਂ ਨਹੀਂ ਕਵਾਂਗੇ ਇਸ ਚੀਜ਼ ਨੂੰ, ਇਸ ਚੀਜ਼ ਤੇ ਖਾਸ ਧਿਆਨ ਰੱਖਣਾ, ਡਿਸਕਵਰੀ ਉਹ ਚੀਜ਼ ਹੁੰਦੀ ਹੈ ਜਿਹੜੀ ਫਾਊਂਡ ਹੋਈ ਹੋਵੇ, ਮਤਲਬ ਅਰਥ ਤੇ ਹੈਗੀ ਹੈ ਤੇ ਆਪਾਂ ਉਹਨੂੰ ਲੱਭਿਆ ਹੋਵੇ। ਇਹਨਾਂ ਨੇ ਕੀ ਕੀਤੀ ਸੀ, ਇਨਵੈਂਸ਼ਨ ਕੀਤੀ ਸੀ। ਇਹਨਾਂ ਨੇ ਕੀ ਕੀਤੀ ਸੀ, ਇਨਵੈਂਸ਼ਨ ਕੀਤੀ ਸੀ, ਦੋ ਚੀਜ਼ਾਂ ਨੂੰ ਮਤਲਬ ਮਿਲਾ ਕੇ। ਠੀਕ ਹੈ, ਜਿਹੜੀ ਇਹਨਾਂ ਨੇ ਇਨਵੈਂਸ਼ਨ ਕੀਤੀ ਸੀ ਨਾ, ਉਹਦੇ ਕਰਕੇ ਜਿਹੜੀ ਸਵੀਡਨ ਗਵਰਨਮੈਂਟ ਸੀਗੀ ਜਾਂ ਸਵੀਡਨ ਦੀ ਜਿਹੜੀ ਕੰਟਰੀ ਸੀ ਉਹ ਕਾਫੀ ਜ਼ਿਆਦਾ ਇੰਪ੍ਰੈਸ ਹੋਈ ਸੀ। ਉਹਦੇ ਕਰਕੇ ਉੱਥੋਂ ਦੀ ਇੱਕ ਆਰਗੇਨਾਈਜੇਸ਼ਨ ਸੀ, ਉਸ ਆਰਗੇਨਾਈਜੇਸ਼ਨ ਦਾ ਕੀ ਨਾਮ ਸੀ, ਉਹ ਸੀ ਰੋਇਲ ਸਵੀਡਿਸ਼ ਅਕੈਡਮੀ ਆਫ ਸਾਇੰਸ। ਕਿਹੜੀ ਸੀ, ਰੋਇਲ ਸਵੀਡਿਸ਼ ਅਕੈਡਮੀ ਆਫ ਸਾਇੰਸ। ਜਿਹੜੇ ਇਹ ਤੋਂ ਕਾਫੀ ਪ੍ਰਭਾਵਿਤ ਹੋਏ, ਜਿਨ੍ਹਾਂ ਨੇ ਕੀ ਕੀਤਾ, ਇਹਨਾਂ ਨੂੰ ਮਤਲਬ ਇੱਕ ਅਵਾਰਡ ਦੇਣ ਦੀ ਦਿੱਤਾ ਸੀਗਾ, ਇੱਕ ਓਨਰ ਕੀਤਾ ਸੀਗਾ ਵੀ ਇਹਨਾਂ ਨੂੰ ਅਸੀਂ ਅਵਾਰਡ ਦਈਏ, ਓਨਰ ਦਈਏ, ਜਿਨ੍ਹਾਂ ਨੇ ਆਪਣੀ ਕੰਟਰੀ ਲਈ ਇਹ ਚੀਜ਼ ਕੀਤੀ ਹੈ, ਇੱਕ ਡਾਇਨਾਮਾਈਟ ਬਣਾਇਆ। ਕਿਉਂਕਿ ਡਾਇਨਾਮਾਈਟ ਦੀ ਉਸ ਟਾਈਮ ਤੇ ਬਹੁਤ ਜ਼ਿਆਦਾ ਲੋੜ ਸੀ, ਕਿਹਨੂੰ, ਮੈਨਕਾਈਂਡ ਨੂੰ, ਲੋਕਾਂ ਨੂੰ, ਕਿਉਂਕਿ ਅਸੀਂ ਹੱਥੀਂ ਮਤਲਬ ਚੀਜ਼ਾਂ ਤੋੜਦੇ ਸੀ, ਕਿਸੇ ਨਾਲ ਇਹ ਚੜਦਾ ਕਿਸੇ ਨਾਲ, ਤਾਂ ਉਹ ਡਾਇਨਾਮਾਈਟ ਨਾਲ ਕੀ ਹੋ ਗਿਆ, ਜਿਵੇਂ ਮਤਲਬ ਮਾਈਨਸ ਹੈਗੀਆਂ ਇਹਨਾਂ ਤੇ ਕਾਫੀ ਹੈਲਪਫੁਲ ਹੋਇਆ, ਹੋਰ ਕਾਫੀ ਚੀਜ਼ਾਂ ਦੇ ਵਿੱਚ ਕਾਫੀ ਹੈਲਪਫੁਲ ਹੋਈ, ਜਿਹਦੇ ਕਰਕੇ ਇਹਨਾਂ ਨੂੰ ਉਹ ਓਨਰ ਦਿੱਤਾ ਗਿਆ ਸੀ, ਅਵਾਰਡ ਦਿੱਤਾ ਗਿਆ ਸੀ। ਕਿ ਇੱਕ ਓਨਰ ਹੋਣ ਦਾ ਮਤਲਬ ਅਵਾਰਡ ਦਿੱਤਾ ਸਿਰਫ ਇਹੀ ਸੀ, ਹੋਰ ਕੁਝ ਨਹੀਂ ਸੀ। ਠੀਕ ਹੈ, ਉਹ ਜਿਹੜਾ ਓਨਰ ਦਿੱਤਾ ਗਿਆ ਸੀ ਉਹਨੂੰ ਕਿਸ ਤਰੀਕੇ ਨਾਲ ਬੋਲਿਆ ਜਾਂਦਾ ਸੀ ਕਿ ਉਹਨਾਂ ਨੇ ਕੀ ਕੀਤਾ, ਇੱਕ ਇੰਪੋਰਟੈਂਟ ਇਨਵੈਂਸ਼ਨ ਫਾਈਂਡ ਆਊਟ ਕੀਤੀ ਹੈ, ਇੰਪੋਰਟੈਂਟ ਇਨਵੈਂਸ਼ਨ ਫॉर ਦੀ ਯੂਜ਼ ਆਫ ਮੈਨਕਾਈਂਡ। ਠੀਕ ਹੈ, ਇੰਪੋਰਟੈਂਟ ਇਨਵੈਂਸ਼ਨ ਫॉर ਦੀ ਪ੍ਰੈਕਟੀਕਲ ਯੂਜ਼ ਆਫ ਮੈਨਕਾਈਂਡ, ਵੀ ਜਿਹਦਾ ਅਸੀਂ ਪ੍ਰੈਕਟੀਕਲ ਯੂਜ਼ ਕਰ ਸਕਦੇ ਹਾਂ। ਠੀਕ ਹੈ, ਇੱਦਾਂ ਤਾਂ ਇਨਵੈਂਸ਼ਨਾਂ ਬਹੁਤ ਹੁੰਦੀਆਂ ਨੇ, ਲੇਕਿਨ ਪ੍ਰੈਕਟੀਕਲ ਯੂਜ਼ ਦੇ ਵਿੱਚ ਕੋਈ ਚੀਜ਼ ਆਉਂਦੀ ਹੈ ਨਾ, ਤਾਂ ਉਹਦੇ ਕਰਕੇ ਇਹਨਾਂ ਨੂੰ ਕੀ ਦਿੱਤਾ ਸੀ, ਇੱਕ ਓਨਰ ਕੀਤਾ ਗਿਆ ਸੀ, ਇੱਕ ਓਨਰੀ ਤੌਰ ਤੇ ਇਹਨਾਂ ਨੂੰ ਕੀ ਦਿੱਤਾ ਗਿਆ ਸੀ, ਅਵਾਰਡ ਦਿੱਤਾ ਗਿਆ ਸੀ। ਉਹ ਕਿਹੜੀ ਇੰਸਟੀਟਿਊਸ਼ਨ ਦੁਆਰਾ ਦਿੱਤਾ ਗਿਆ ਸੀ, ਅਗੇਨ ਇੰਸਟੀਟਿਊਸ਼ਨ ਦਾ ਨਾਮ ਆਪਣੇ ਲਈ ਇੰਪੋਰਟੈਂਟ ਹੈ। ਕਿਹੜੀ ਇੰਸਟੀਟਿਊਸ਼ਨ ਹੈ, ਰੋਇਲ ਸਵੀਡਿਸ਼ ਮਤਲਬ ਰੋਇਲ ਸਵੀਡਿਸ਼ ਅਕੈਡਮੀ ਆਫ ਸਾਇੰਸ, ਰੋਇਲ ਸਵੀਡਿਸ਼ ਅਕੈਡਮੀ ਆਫ ਸਾਇੰਸ। ਓਕੇ, ਹੁਣ ਅਗਰ ਫਰਦਰ ਗੱਲ ਕਰੀਏ ਤਾਂ ਇਹਨਾਂ ਨੇ ਮਤਲਬ ਡਾਇਨਾਮਾਈਟ ਦਾ ਜਦੋਂ ਇਹਨਾਂ ਨੇ ਇਨਵੈਂਸ਼ਨ ਕਰਤੀ ਤਾਂ ਉਸ ਤੋਂ ਬਾਅਦ ਕੀ ਹੋਇਆ, ਤਾਂ ਇਹ ਨਾ ਕੀ ਬਣ ਗਏ, ਬਿਜ਼ਨਸਮੈਨ ਬਣ ਗਏ, ਬਿਜ਼ਨਸਮੈਨ ਬਣ ਗਏ। ਇਹਨਾਂ ਨੇ ਆਪਣੀ ਫੈਕਟਰੀ ਖੋਲ੍ਹੀ ਜਿਹਦੇ ਵਿੱਚ ਇਹ ਕੀ ਕਰਦੇ ਸੀ, ਡਾਇਨਾਮਾਈਟ ਬਣਾਉਂਦੇ ਸੀ। ਉਹ ਜਿਹੜੇ ਡਾਇਨਾਮਾਈਟ ਬਣਾਉਂਦੇ ਸੀ ਫਿਰ ਆਲ ਓਵਰ ਸਵੀਡਨ ਦੇ ਵਿੱਚ ਉਹ ਸੈਲ ਕਰਦੇ ਸੀ, ਜਿਹਦੇ ਕਰਕੇ ਕੀ ਹੋਇਆ, ਇਹ ਉਸ ਟਾਈਮ ਦੇ ਕੌਣ, ਐਲਫਰੈਡ ਨੋਬਲ, ਉਸ ਟਾਈਮ ਦੇ ਮਤਲਬ ਆਪਣੇ ਟਾਈਮ ਦੇ ਸਭ ਤੋਂ ਜ਼ਿਆਦਾ ਅਮੀਰ ਬੰਦੇ ਬਣ ਗਏ ਸੀ, ਕਰੋ ਧਰਤੀ ਤੇ। ਠੀਕ ਹੈ, ਕਦੋਂ ਦੀ ਗੱਲ ਕਰ ਰਿਹਾ, 1867 ਤੋਂ ਬਾਅਦ ਦੀ ਗੱਲ ਕਰ ਰਿਹਾ, 1870 ਹੋ ਗਿਆ, 75 ਹੋ ਗਿਆ। ਠੀਕ ਹੈ, ਉਸ ਟਾਈਮ ਪੀਰੀਅਡ ਦੇ ਵਿੱਚ ਇਹ ਕੀ ਹੋ ਗਏ ਸੀ, ਮਤਲਬ ਦੁਨੀਆ ਦੇ ਅਰਥ ਦੇ ਕੀ ਬਣ ਗਏ, ਸਭ ਤੋਂ ਅਮੀਰ ਬੰਦੇ ਬਣ ਗਏ ਸੀਗੇ ਉਸ ਟਾਈਮ ਤੇ। ਕਿਉਂਕਿ ਆਹ ਦੇਖੋ, ਇਹ ਜਿਹੜਾ ਮਤਲਬ ਤੁਹਾਡੇ ਕੋਲ ਇਹ ਪਿਆ ਨਾ ਇੱਕ ਡਾਕੂਮੈਂਟ, ਇਹ ਕੀ ਆ, ਉਹਨਾਂ ਦੀ ਫੈਕਟਰੀ ਦਾ ਡਾਕੂਮੈਂਟ ਹੈ, ਜਿਹਦੇ ਵਿੱਚ ਦੇਖੋ ਉਰੇ ਕੀ ਗੱਲ ਆ ਕੀ ਲਿਖਿਆ ਹੋਇਆ, ਨੋਬਲਸ ਡਾਇਨਾਮਾਈਟ। ਅਗਰ ਕਿਸੇ ਨੇ ਡਾਇਨਾਮਾਈਟ ਖਰੀਦਣਾ ਹੈ ਤਾਂ ਉਹ ਕਿਸ ਪਰਸਨ ਦਾ ਖਰੀਦੂਗਾ, ਉਹੀ ਪਰਸਨ ਦਾ ਖਰੀਦੂਗਾ ਜਿਹਨੇ ਇਨਵੈਂਸ਼ਨ ਕੀਤੀ ਹੈ, ਜਿਹਨੇ ਬਹੁਤ ਵਧੀਆ ਕੰਮ ਕੀਤਾ ਹੈ। ਤਾਂ ਮੈਕਸਿਮਮ ਟੂ ਮੈਕਸਿਮਮ ਮਤਲਬ ਲੋਕ ਇਹਨਾਂ ਤੋਂ ਮਤਲਬ ਖਰੀਦੇ, ਜਿਹਦੇ ਕਰਕੇ ਇਹਨਾਂ ਦੀ ਜਿਹੜੀ ਕਾਫੀ ਜ਼ਿਆਦਾ ਹੋਈ ਹੈ, ਮਤਲਬ ਕਾਫੀ ਜ਼ਿਆਦਾ ਮਤਲਬ ਇਹ ਅਮੀਰ ਬਣ ਗਏ ਟਾਈਮ ਟੂ ਟਾਈਮ। ਓਕੇ, ਅੱਗੇ ਫਿਊਚਰ ਦੇ ਵਿੱਚ ਕੀ ਹੋਇਆ, ਮਤਲਬ ਫਿਊਚਰ ਦੇ ਵਿੱਚ ਐਦਾਂ ਹੋਇਆ ਕਿ ਡਾਇਨਾਮਾਈਟ ਜਿਹੜੀ ਇਹਨੇ ਫੈਕਟਰੀ ਬਣਾਈ ਸੀ ਉਹਦੇ ਵਿੱਚ ਕੋਈ ਇਨਸੀਡੈਂਟ ਹੋਇਆ ਸੀ। ਇਨਸੀਡੈਂਟ ਦੇ ਵਿੱਚ ਕੀ ਹੋਇਆ ਸੀ, ਇਹਨਾਂ ਦੇ ਇੱਕ ਬ੍ਰਦਰ ਸੀਗੇ ਜਿਹੜੇ ਮਤਲਬ ਮਰ ਗਏ ਸੀਗੇ ਉਸ ਇਨਸੀਡੈਂਟ ਦੇ ਵਿੱਚ, ਮਤਲਬ ਜਿਹੜਾ ਫੈਕਟਰੀ ਦੇ ਵਿੱਚ ਹੋਇਆ ਸੀ। ਠੀਕ ਹੈ, ਤਾਂ ਉਸ ਪੀਰੀਅਡ ਤੋਂ ਬਾਅਦ ਹੀ ਮਤਲਬ ਅਗਰ ਫਰਦਰ ਜਾਈਏ ਥੋੜ੍ਹਾ, ਉਸ ਤੋਂ ਬਾਅਦ ਇਹਨਾਂ ਦਾ ਵੀ ਮਤਲਬ ਜਿਹੜਾ ਡੈਥ ਦਾ ਟਾਈਮ ਆ ਉਹ ਵੀ ਮਤਲਬ ਨੇੜੇ ਤੇੜੇ ਸੀ। ਮਤਲਬ ਮੈਂ ਕਿਸ ਟਾਈਮ ਦੀ ਗੱਲ ਕਰ ਰਿਹਾ, ਮੈਂ 1895 1896 ਦੀ ਗੱਲ ਕਰ ਰਿਹਾ। ਤਾਂ 1895 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀ, ਇਹਨਾਂ ਨੇ ਆਪਣੀ ਵਿਲ ਲਿਖੀ ਸੀ। ਠੀਕ ਹੈ, ਇਹਨਾਂ ਨੇ ਕੀ ਲਿਖੀ ਸੀ, ਵਿਲ ਲਿਖੀ ਸੀ। ਉਹ ਵਿਲ ਦੀ ਅਗਰ ਗੱਲ ਕਰੀਏ ਤਾਂ 1895 ਤੋਂ ਪਹਿਲਾਂ ਵੀ ਨਾ ਇਹਨਾਂ ਨੇ ਆਪਣੀ ਵਿਲ ਘੱਟੋ ਘੱਟ 2 ਵਾਰੀ ਲਿਖੀ ਹੋਈ ਹੈ, ਜੋ ਆਪਾਂ ਨੂੰ ਰਿਕਾਰਡ ਪਤਾ ਹੈ। ਮਤਲਬ ਟੋਟਲ ਜਿਹੜੀ 1895 ਦੇ ਵਿੱਚ ਮਤਲਬ ਆਖਰੀ ਟਾਈਮ ਜਿਹੜੀ ਵਿਲ ਲਿਖੀ ਗਈ ਸੀ ਉਹ ਕਿੰਨਵੀਂ ਵਾਰ ਲਿਖੀ ਗਈ ਸੀ, ਤੀਜੀ ਵਾਰ ਲਿਖੀ ਗਈ ਸੀ। ਕਿੰਨਵੀਂ ਵਾਰ ਲਿਖੀ ਗਈ ਸੀ, 3rd ਟਾਈਮ ਲਿਖੀ ਗਈ ਸੀ। ਜੋ ਨੌਲੇਜ ਮਤਲਬ ਆਪਾਂ ਨੂੰ ਆਫੀਸ਼ੀਅਲੀ ਗਿਵਨ ਹੈ ਉਹਦੇ ਅਕੋਰਡਿੰਗ ਇਹ ਹੈ। ਠੀਕ ਹੈ, ਵੀ ਉਹ ਜਿਹੜੀ ਵਿਲ ਸੀ ਕਿੰਨਵੀਂ ਵਾਰ ਲਿਖੀ ਗਈ ਸੀ, ਤੀਜੀ ਵਾਰ ਲਿਖੀ ਗਈ ਸੀ ਕਰੋ 1895 ਚ। ਮਤਲਬ ਕਾਫੀ ਵਾਰ ਚੇਂਜ ਕਰਦੇ ਰਹੇ ਸੀ ਐਲਫਰਡ। ਤੇ ਉਹ ਜਿਹੜੀ ਵਿਲ ਦੇ ਵਿੱਚ ਸੀ ਨਾ, ਉਹਨਾਂ ਦੇ ਵਿੱਚ ਉਸ ਵਿਲ ਦੇ ਵਿੱਚ ਇਹਨਾਂ ਨੇ ਕੁਝ ਖਾਸ ਗੱਲਾਂ ਕੀਆਂ ਸੀ। ਉਹ ਖਾਸ ਗੱਲਾਂ ਕੀ ਕਹੀਆਂ ਸੀ ਵੀ ਜਿੰਨਾ ਵੀ ਮੇਰੇ ਕੋਲ ਪੈਸਾ ਹੈ, ਜਿੰਨਾ ਵੀ ਬਹੁਤ, ਵੈਸੇ ਤਾਂ ਪੈਸਾ ਬਹੁਤ ਸੀਗਾ ਇਹਨਾਂ ਕੋਲ, ਸਭ ਤੋਂ ਅਮੀਰ ਸੀਗੇ, ਮਤਲਬ ਵਰਲਡ ਦੇ ਵਿੱਚ ਸਭ ਤੋਂ ਅਮੀਰ ਸੀਗੇ, ਮਤਲਬ ਪੈਸਾ ਬਹੁਤ ਸੀ। ਠੀਕ ਹੈ, ਉਹਨਾਂ ਨੇ ਇਹ ਕਿਹਾ ਸੀ ਵੀ ਜਿੰਨਾ ਵੀ ਪੈਸਾ ਮੇਰੇ ਕੋਲ ਹੈ ਉਹ ਸਾਰਾ ਪੈਸਾ ਕਿੱਥੇ ਲੱਗੂਗਾ, ਉਹ ਸਾਰਾ
ਦਾ ਸਾਰਾ ਪੈਸਾ ਓਨਰ ਤੇ ਲੱਗਿਆ ਜਾਊਗਾ, ਮਤਲਬ ਅਵਾਰਡ ਦਿੱਤਾ ਜਾਊਗਾ ਕਿਹਨਾਂ ਨੂੰ, ਉਹ ਲੋਕਾਂ ਨੂੰ ਜਿਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਮਤਲਬ ਕੁਝ ਚੀਜ਼ ਮਤਲਬ ਇਨਵੈਂਟ ਕੀਤੀ ਹੈ ਜਾਂ ਕੁਝ ਐਜਾ ਮਤਲਬ ਨਵੀਂ ਚੀਜ਼ ਲੈ ਕੇ ਆਏ ਹੈ, ਠੀਕ ਹੈ। ਉਹਨਾਂ ਨੂੰ ਉਹ ਕੀ ਕੀਤਾ ਜਾਊਗਾ, ਇੱਕ ਓਨਰ ਕੀਤਾ ਜਾਊਗਾ, ਉਹਨਾਂ ਨੂੰ ਇੱਕ ਅਵਾਰਡ ਦਿੱਤਾ ਜਾਊਗਾ। ਇਹ ਚੀਜ਼ ਉਹਨਾਂ ਨੇ ਆਪਣੀ ਵਿਲ ਦੇ ਵਿੱਚ ਲਿਖੀ ਸੀ, ਇਹ ਸਾਰੀ ਵਿਲ ਉਹਨਾਂ ਨੇ ਆਪਣੀ ਉਹਦੇ ਵਿੱਚ ਲਿਖੀ ਸੀ, ਠੀਕ ਹੈ। ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜੇ ਅਵਾਰਡ ਦਿੱਤੇ ਜਾਣਗੇ ਉਹ ਕਿੰਨੀ ਫੀਲਡ ਦੇ ਵਿੱਚ ਦਿੱਤੇ ਜਾਣਗੇ, 5 ਫੀਲਡ ਦੇ ਵਿੱਚ ਅਵਾਰਡ ਦਿੱਤੇ ਜਾਣਗੇ, 5 ਫੀਲਡ ਦੇ ਵਿੱਚ ਅਵਾਰਡ ਦਿੱਤੇ ਜਾਣਗੇ। ਹੁਣ ਜਿਹੜੀਆਂ 5 ਫੀਲਡ ਨੇ ਉਹਦੇ ਵਿੱਚ ਕਿਹੜੀਆਂ ਫੀਲਡ ਆ ਜਾਂਦੀਆਂ ਜਿਹਦੇ ਅਵਾਰਡ ਦਿੱਤੇ ਜਾਣਗੇ, ਤਾਂ ਉਹਦੇ ਵਿੱਚ ਆਪਣੇ ਕੋਲ ਕਿਹੜੀ ਆਉਂਦੀ ਹੈ, ਉਹਦੇ ਵਿੱਚ ਫਿਜ਼ਿਕਸ ਆ ਜਾਂਦੀ ਹੈ ਪਹਿਲੀ, ਦੂਜੀ ਕਿਹੜੀ ਆਉਂਦੀ ਹੈ ਕੈਮਿਸਟਰੀ ਆ ਜਾਂਦੀ ਹੈ, ਤੀਜੀ ਕਿਹੜੀ ਆ ਜਾਂਦੀ ਮੈਡੀਸਿਨ ਆ ਜਾਂਦੀ ਹੈ ਜਾਂ ਫਿਜ਼ੀਓਲੋਜੀ ਆ ਜਾਂਦੀ ਹੈ, ਠੀਕ ਹੈ। ਉਸ ਤੋਂ ਬਾਅਦ ਅਗਰ ਪੰਜਵੀਂ ਦੀ ਗੱਲ ਕਰੀਏ, ਪੰਜਵੀਂ ਆਪਣੇ ਕੋਲ ਕੀ ਜਾਂਦੀ ਹੈ, ਪੀਸ ਆ ਜਾਂਦੀ ਹੈ, ਠੀਕ ਹੈ। ਇਹ 5 ਉਹਨਾਂ ਨੇ ਲਿਖਿਆ ਸੀ ਆਪਣੀ ਵਿਲ ਦੇ ਵਿੱਚ ਵੀ ਇਹ 5 ਕੈਟਾਗਰੀ ਦੇ ਵਿੱਚ ਜਾਂ ਇਹ 5 ਫੀਲਡ ਦੇ ਵਿੱਚ ਕੀ ਇੱਕ ਅਵਾਰਡ ਦਿੱਤੇ ਜਾਣਗੇ, ਲੇਕਿਨ ਉਹਨਾਂ ਨੇ ਇਹ ਨਹੀਂ ਕਿਹਾ ਕਿ ਸੀਗਾ ਵੀ ਮੇਰੇ ਨਾਮ ਤੇ ਅਵਾਰਡ ਦਿਓ। ਉਹਨਾਂ ਨੇ ਨਾ ਤਾਂ ਇਹ ਨਾਮ ਕੋਈ ਵੀ ਨਾਮ ਨਹੀਂ ਯੂਜ਼ ਕੀਤਾ, ਨਾ ਉਹਨੇ ਐਲਫਰੈਡ ਯੂਜ਼ ਕੀਤਾ ਸੀ, ਨਾ ਹੀ ਉਹਨਾਂ ਨੇ ਇਹ ਕਿਹਾ ਸੀ ਨੋਬਲ, ਠੀਕ ਹੈ, ਕੁਝ ਵੀ ਯੂਜ਼ ਕਰਨਾ। ਉਹਨਾਂ ਨੇ ਸਿਰਫ ਇਹ ਕਿਹਾ ਸੀ ਵੀ ਤੁਸੀਂ ਅਵਾਰਡ ਦਿਓ, ਜਿੰਨਾ ਵੀ ਮੇਰਾ ਪੈਸਾ ਉਹ ਸਾਰਾ ਯੂਜ਼ ਕਰੋ, ਅਵਾਰਡਸ ਦਿਓ ਲੋਕਾਂ ਨੂੰ ਤਾਂ ਕਿ ਲੋਕੀ ਹੋਰ ਜ਼ਿਆਦਾ ਹੀ ਇਨਵੈਂਸ਼ਨ ਕਰਨ ਅਰਥ ਦੇ ਉੱਤੇ, ਠੀਕ ਹੈ। ਫਰਦਰ ਅਗਰ ਦੇਖਿਆ ਜਾਵੇ ਤਾਂ ਇਹਦੇ ਵਿੱਚ ਥੋੜੀ ਬੈਕ ਸਟੋਰੀ ਇਹ ਹੈ ਵੀ ਜਿਹੜੀ ਇਹ ਵਿਲ ਸੀ ਉਹਦੇ ਤੇ ਜਿਹੜੇ ਇਹਨਾਂ ਦੇ ਫੈਮਿਲੀ ਮੈਂਬਰ ਸੀ ਉਹਨਾਂ ਨੇ ਕਾਫੀ ਮਤਲਬ ਇਹ ਦਿਖਾਇਆ ਸੀਗਾ ਵੀ ਨਹੀਂ ਇਹ ਵਿਲ ਸਹੀ ਨਹੀਂ ਹੈ, ਇਹ ਗਲਤ ਹੈ, ਠੀਕ ਹੈ, ਜਿਹਦੇ ਕਰਕੇ ਕਾਫੀ ਟਾਈਮ ਲੱਗ ਗਿਆ। ਕਾਫੀ ਟਾਈਮ ਤਾਂ ਮਤਲਬ ਕੀ ਹੈ 1896 ਦੇ ਵਿੱਚ, ਕਦੋਂ 1896 ਦੇ ਵਿੱਚ ਐਟ ਲਾਸਟ ਮਤਲਬ ਇਹਨਾਂ ਦਾ ਕੀ ਹੋ ਗਿਆ ਸੀ, ਦੇਹਾਂਤ ਹੋ ਗਿਆ ਸੀ। ਆਖਰੀ ਵਾਰੀ ਕਦੋਂ ਲਿਖੀ ਸੀ 1895, ਇਹਨਾਂ ਦੇਹਾਂਤ ਕਦੋਂ ਹੋਇਆ 1896। 1896 ਦੇ ਵਿੱਚ ਜਦੋਂ ਇਹਨਾਂ ਦੇਹਾਂਤ ਹੋਇਆ ਤਾਂ ਜਿਹੜੀ ਇਹ ਵਿਲ ਹੈ ਇਹ ਕਾਫੀ ਦੇਰ ਤੱਕ ਵੈਸੇ ਫੈਮਿਲੀ ਦੇ ਵਿੱਚ ਹੀ ਘੁੰਮਦੀ ਰਹੀ, ਕਿਉਂਕਿ ਫੈਮਿਲੀ ਮਤਲਬ ਕੁਝ ਨਹੀਂ ਸੀਗੇ ਵੀ ਉਹਨਾਂ ਨੇ ਕਹਿ ਜੀ ਵੀ ਲਿਖਿਆ, ਮਤਲਬ ਸਾਡੇ ਲਈ ਕੋਈ ਪੈਸਾ ਨਹੀਂ ਛੱਡਿਆ, ਸਾਰਾ ਦਾ ਸਾਰਾ ਕੁਝ ਕੀ ਕਰਤਾ ਵੀ ਮਤਲਬ ਜਿਹੜਾ ਲੋਕਾਂ ਦੇ ਵਿੱਚ ਵੰਡ ਰੋ, ਕਹਿਣ ਦਾ ਮਤਲਬ ਤਾਂ ਇਹੀ ਹੋਇਆ ਨਾ, ਠੀਕ ਹੈ। ਤਾਂ ਮਤਲਬ ਕੀ ਹੋਇਆ, ਤਾਂ ਜਿਹੜੀ ਉਹ ਵਿਲ ਆ ਬਾਅਦ ਚੋਂ ਬਾਹਰ ਆਈ ਤਾਂ ਕਾਫੀ ਲੇਟ ਬਾਹਰ ਆਈ, ਠੀਕ ਹੈ, ਕਾਫੀ ਲੇਟ ਬਾਹਰ ਆਈ। ਉਂਝ ਹੀ ਮਤਲਬ ਲੋਕਾਂ ਨੂੰ ਜਦੋਂ ਪਤਾ ਚੱਲਿਆ ਤਾਂ ਕਾਫੀ ਲੇਟ ਪਤਾ ਚੱਲਿਆ, ਤਾਂ ਕਾਫੀ ਲੇਟ ਪਤਾ ਚੱਲਣ ਤੋਂ ਬਾਅਦ ਮਤਲਬ ਇਹ ਚੀਜ਼ ਮਤਲਬ ਇੱਕ ਕਮਿਊਨਿਟੀ ਬਣਾਉਣ ਲਈ ਟਾਈਮ ਲੱਗ ਗਿਆ, ਠੀਕ ਹੈ। ਪਹਿਲਾ ਨੋਬਲ ਪ੍ਰਾਈਜ਼ ਦੇਣ ਲਈ ਵੀ ਜਿਹਦੇ ਕਰਕੇ ਟਾਈਮ ਲੱਗ ਗਿਆ। ਤਾਂ ਪਹਿਲਾ ਨੋਬਲ ਪ੍ਰਾਈਜ਼ ਦੀ ਗੱਲ ਕਰੀਏ ਤਾਂ 1896 ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾ ਨੋਬਲ ਪ੍ਰਾਈਜ਼ ਆ ਕਦੋਂ ਦਿੱਤਾ ਗਿਆ ਸੀ, 1901 ਦੇ ਵਿੱਚ ਦਿੱਤਾ ਗਿਆ ਸੀ। ਕਦੋਂ ਦਿੱਤਾ ਗਿਆ ਸੀ, 1901 ਦੇ ਵਿੱਚ ਸਭ ਤੋਂ ਪਹਿਲਾ ਨੋਬਲ ਪ੍ਰਾਈਜ਼ ਦਿੱਤਾ ਗਿਆ ਸੀ। ਕਹਿਣ ਦਾ ਮਤਲਬ ਉਹਨਾਂ ਦੀ ਡੈਥ ਤੋਂ 5 ਸਾਲ ਬਾਅਦ, ਉਹਨਾਂ ਦੀ ਡੈਥ ਤੋਂ 5 ਸਾਲ ਬਾਅਦ ਸਭ ਤੋਂ ਪਹਿਲਾਂ ਜਿਹੜਾ ਨੋਬਲ ਪ੍ਰਾਈਜ਼ ਦਿੱਤਾ ਗਿਆ ਸੀ, ਕਦੋਂ 1901 ਦੇ ਵਿੱਚ। ਕਲੀਅਰ। ਫਰਦਰ ਨੈਕਸਟ ਥਿੰਗ ਦੀ ਗੱਲ ਕਰੀਏ, ਹਾਂ ਅਗਰ ਆਪਾਂ ਅੱਜ ਦੇ ਟਾਈਮ ਦੀ ਗੱਲ ਕਰੀਏ, ਇਹ ਤਾਂ ਆਪਾਂ 1900 ਦੇ ਟਾਈਮ ਪੀਰੀਅਡ ਦੀ ਗੱਲ ਕਰ ਰਹੇ ਨਾ, 1901 ਦੀ, ਜਦੋਂ 1901 ਦੇ ਵਿੱਚ ਪਹਿਲੀ ਵਾਰ ਨੋਬਲ ਪ੍ਰਾਈਜ਼ ਦਿੱਤਾ ਗਿਆ ਸੀ ਤਾਂ ਨੋਬਲ ਪ੍ਰਾਈਜ਼ ਕਿੰਨੀ ਫੀਲਡ ਦੇ ਵਿੱਚ ਦਿੱਤਾ ਗਿਆ ਸੀ, ਫਿਜ਼ਿਕਸ, ਕੈਮਿਸਟਰੀ, ਮੈਡੀਸਿਨ ਔਰ ਫਿਲੋਸਫੀ, ਲਿਟਰੇਚਰ ਔਰ ਪੀਸ। ਲਿਟਰੇਚਰ ਮੈਂ ਭੁੱਲ ਗਿਆ ਸੀ ਨਾ ਪਿਛਲੀ ਵਾਰੀ, ਓਕੇ ਲਿਟਰੇਚਰ, ਠੀਕ ਹੈ। ਇਹ 5 ਫੀਲਡ ਦੇ ਵਿੱਚ ਅਵਾਰਡ ਦਿੱਤਾ ਗਿਆ ਸੀ। ਲੇਕਿਨ ਅਗਰ ਆਪਾਂ ਅੱਜ ਦੇ ਟਾਈਮ ਪੀਰੀਅਡ ਦੀ ਗੱਲ ਕਰੀਏ, ਅੱਜ ਦੇ ਟਾਈਮ ਪੀਰੀਅਡ ਦੀ ਗੱਲ ਕਰੀਏ ਤਾਂ ਅੱਜ ਦੇ ਟਾਈਮ ਪੀਰੀਅਡ ਵਿੱਚ ਕਿੰਨੀਆਂ ਫੀਲਡ ਨੇ, 6 ਫੀਲਡ ਨੇ ਜਿਹਦੇ ਵਿੱਚ ਅਵਾਰਡ ਮਿਲਦਾ ਨੋਬਲ ਪ੍ਰਾਈਜ਼ ਦਾ, ਹੈ ਨਾ। ਤਾਂ ਉਹ 6ਵੀਂ ਫੀਲਡ ਕਿਹੜੀ ਹੈ ਜਿਹੜੀ ਐਡ ਹੋਈ ਹੈ, ਤਾਂ ਉਹਦੇ ਵਿੱਚ ਉਹ ਕਿਹੜੀ ਆਉਂਦੀ ਹੈ, ਇਕੋਨਮੀ ਸਾਇੰਸ ਆ ਜਾਂਦੀ ਹੈ। ਕੀ ਆਉਂਦੀ ਹੈ, ਇਕੋਨਮਿਕ ਸਾਇੰਸ ਆ ਜਾਂਦੀ ਹੈ, ਜਾਂ ਇਕੋਨਮੀ ਸਾਇੰਸ ਕਹਿ ਲਓ, ਠੀਕ ਹੈ, ਕੁਝ ਵੀ ਕਹਿ ਸਕਦੇ ਹੋ, ਇਕੋਨਮਿਕ ਸਾਇੰਸ। ਤਾਂ ਇਹ ਜਿਹੜੀ 6ਵੀਂ ਫੀਲਡ ਹੈ ਜਿਹੜੀ ਐਡ ਕੀਤੀ ਗਈ ਸੀ, ਇਹ ਕਦੋਂ ਐਡ ਕੀਤੀ ਗਈ ਸੀ ਤੇ ਕਿਹਦੇ ਦੁਆਰਾ ਐਡ ਕੀਤੀ ਗਈ ਸੀ, ਇਹ ਦੋਨੋਂ ਚੀਜ਼ਾਂ ਆਪਣੇ ਲਈ ਇੰਪੋਰਟੈਂਟ ਹੈ। ਓਕੇ, ਹੁਣ ਜੇ ਇਹਦੀ ਗੱਲ ਕਰੀਏ ਇਕੋਨਮਿਕ ਸਾਇੰਸ ਦੀ, ਤਾਂ ਇਹ ਕਦੋਂ ਕੀਤੀ ਸੀ, ਇਕੋਨਮਿਕ ਹੀ ਲਿਖ ਦੇਣਾ, ਆਈਸੀ ਲਿਖ ਦੇਣਾ, ਠੀਕ ਹੈ, ਇਕੋਨਮਿਕ ਸਾਇੰਸ। ਤਾਂ ਇਹਦੀ ਗੱਲ ਕਰੀਏ ਕਦੋਂ ਐਡ ਕੀਤੀ ਗਈ ਸੀ, ਤਾਂ ਉਹਦੇ ਵਿੱਚ ਆਪਾਂ ਨੂੰ ਕੀ ਪਤਾ ਹੈ, ਇਹ 1968 ਦੇ ਵਿੱਚ, 1968 ਦੇ ਵਿੱਚ ਜਿਹੜੀ ਇਹ ਫੀਲਡ ਹੈ ਉਹ ਐਡ ਕੀਤੀ ਗਈ ਸੀ ਕਿਹਦੇ ਵਿੱਚ, ਨੋਬਲ ਪ੍ਰਾਈਜ਼ ਦੀ ਲਿਸਟ ਦੇ ਵਿੱਚ। ਜਿਹੜੀਆਂ ਪਹਿਲਾਂ ਕਿੰਨੀਆਂ ਸੀ, ਪਹਿਲਾਂ 5 ਫੀਲਡ ਸੀਗੀਆਂ, ਇਹਨੂੰ ਮਿਲਾ ਕੇ ਕਿੰਨੀਆਂ ਹੋ ਗਈਆਂ, 6 ਹੋ ਗਈਆਂ। ਤੇ ਜਿਹੜੀ ਐਡ ਹੈ ਕਿਹਦੇ ਦੁਆਰਾ ਕੀਤੀ ਗਈ ਸੀ, ਤਾਂ ਉਹਦੇ ਵਿੱਚ ਆਪਣੇ ਕੋਲ ਕੀ ਆਉਂਦਾ, ਇੱਕ ਬੈਂਕ ਆਉਂਦਾ, ਕਿਹੜਾ ਆਉਂਦਾ, ਸਵੀਰਿਕਸ ਬੈਂਕ ਆਉਂਦਾ, ਕਿਹੜਾ, ਸਵੀਰਿਕਸ ਬੈਂਕ। ਸਵੀਰਿਕਸ ਬੈਂਕ ਇੱਕ ਬੈਂਕ ਆ ਜਾਂਦਾ, ਜੋ ਬੈਂਕ ਕਿੱਥੋਂ ਦਾ ਹੈ, ਸਵੀਡਨ ਦਾ ਸੈਂਟਰਲ ਬੈਂਕ ਹੈ, ਠੀਕ ਹੈ। ਉਹਦੇ ਵੱਲੋਂ ਇਹ ਫੀਲਡ ਐਡ ਕੀਤੀ ਗਈ ਸੀ। ਉਹਨਾਂ ਨੇ ਇਹ ਫੀਲਡ ਨੂੰ ਇਸ ਤਰੀਕੇ ਨਾਲ ਐਡ ਕੀਤਾ ਗਿਆ ਸੀ ਵੀ ਉਹ ਵੀ ਇਸ ਫੀਲਡ ਦੇ ਥਰੂ ਕੀ ਕਰ ਰਿਹਾ, ਓਨਰ ਕਰ ਰਿਹਾ ਕਿਹਨੂੰ, ਐਲਫਰੈਡ ਨੋਬਲ ਨੂੰ। ਕਿਹਨੂੰ ਓਨਰ ਕਰ ਰਿਹਾ, ਐਲਫਰੈਡ ਨੋਬਲ ਨੂੰ। ਵੀ ਉਹਨਾਂ ਦੀ ਮੈਮਰੀ ਦੇ ਵਿੱਚ ਇੱਕ ਹੋਰ ਫੀਲਡ ਹੈ ਜਿਹੜੀ ਉਹ ਐਡ ਕੀਤੀ ਗਈ ਹੈ। ਇਹ ਚੀਜ਼ ਵੀ ਆਪਣੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਓਕੇ, ਚਲੋ ਨੈਕਸਟ ਦੇਖੋ। ਓਕੇ, ਅੱਜ ਫੀਲਡ ਬਣ ਗਈ, ਮਤਲਬ ਪ੍ਰਾਈਜ਼ ਦਿੱਤੇ ਜਾਂਦੇ ਹੁਣ ਸਾਰੇ, ਠੀਕ ਹੈ। 1901 ਤੋਂ ਬਾਅਦ ਪ੍ਰਾਈਜ਼ ਦੇਣੇ ਸ਼ੁਰੂ ਹੋ ਗਏ ਸੀ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਕਿੰਨਾ ਆ ਗਿਆ, 1968 ਆ ਗਿਆ, ਜਿਹਦੇ ਵਿੱਚ ਇਕੋਨਮੀ ਵੀ ਐਡ ਹੋ ਗਈ, ਇਕੋਨੋਮਿਕ ਸਾਇੰਸ ਵੀ ਐਡ ਹੋ ਗਈ। ਕਦੋਂ ਦੀ ਗੱਲ ਕਰ ਰਿਹਾ, 1968, 1968। ਓਕੇ, ਇਹ ਸਾਰਾ ਤਾਂ ਹੋ ਗਿਆ। ਲੇਕਿਨ ਜਿਹੜੇ ਇਹ ਅਵਾਰਡ ਹੈ ਕਿਹਦੇ ਦੁਆਰਾ ਦਿੱਤੇ ਜਾਂਦੇ ਆ, ਕਿਹਦੇ ਦੁਆਰਾ, ਇੱਕ ਕਮਿਊਨਿਟੀ ਹੈ, ਇੱਕ ਆਰਗੇਨਾਈਜੇਸ਼ਨ ਹੈ
ਸਟਾਰਟਿੰਗ ਦਾ ਉਹਨੇ ਇਹੀ ਕਿਹਾ ਸੀ ਬਸ ਅਵਾਰਡ ਡਿਸਟ੍ਰੀਬਿਊਸ਼ਨ ਕਰਨੀ ਹੈ, ਲੇਕਿਨ ਉਹ ਅਵਾਰਡ ਡਿਸਟ੍ਰੀਬਿਊਸ਼ਨ ਦੇ ਵਿੱਚ ਕਿਹਦੇ ਦੁਆਰਾ ਕੀਤੀ ਜਾਂਦੀ ਹੈ? ਦੇਖੋ ਸਭ ਇੱਕ ਨਾਮ ਉਹੀ ਹੈ ਜਿਹੜਾ ਨਾਮ ਸਭ ਤੋਂ ਪਹਿਲਾਂ ਸੀਗਾ, ਜਿਨ੍ਹਾਂ ਨੇ ਐਲਫਰਡ ਨੋਬਲ ਨੂੰ ਕੀ ਕੀਤਾ ਸੀ? ਆਨਰ ਕੀਤਾ ਸੀਗਾ। ਕਦੋਂ? ਜਦੋਂ ਉਹਨਾਂ ਨੇ ਡਾਇਨਾਮਾਈਟ ਦੀ ਖੋਜ ਕੀਤੀ ਸੀ। ਇੱਕ ਇੰਸਟੀਟਿਊਸ਼ਨ ਉਹੀ ਹੈ। ਉਹ ਕਿਹੜੀ ਇੰਸਟੀਟਿਊਸ਼ਨ ਹੈ ਉਹਦੀ ਗੱਲ ਕਰੀਏ ਤਾਂ ਕੀ ਹੈ? ਰਾਇਲ ਅਕੈਡਮੀ ਆਫ ਸਵੀਡਨ ਸਾਇੰਸ, ਠੀਕ ਹੈ, ਜਾਂ ਉਹਨੂੰ ਉਹਦਾ ਕਹ ਲਓ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ, ਠੀਕ ਹੈ। ਇੱਕ ਇੰਸਟੀਟਿਊਟ ਇਹਨਾਂ ਦੇ ਵਿੱਚੋਂ ਉਹੀ ਹੈ ਜਿਹੜੀ ਕੀ ਕਰਦੀ ਹੈ? ਅਵਾਰਡ ਡਿਸਟ੍ਰੀਬਿਊਟ ਕਰਦੀ ਹੈ ਜਾਂ ਪ੍ਰੈਜ਼ੈਂਟ ਕਰਦੀ ਹੈ ਜਾਂ ਦਿੰਦੀ ਹੈ, ਇੱਦਾਂ ਕਹਿ ਲਓ। ਇੱਕ ਇੰਸਟੀਟਿਊਸ਼ਨ ਇਹ ਹੈ। ਦੂਜੀ ਇੰਸਟੀਟਿਊਸ਼ਨ ਦੀ ਗੱਲ ਕਰੀਏ ਤਾਂ ਉਹ ਕਿਹੜੀ ਹੈ? ਨੋਬਲ ਅਸੈਂਬਲੀ ਐਟ ਕੈਰੋਲਿਨਸਕਾ ਇੰਸਟੀਟਿਊਟ। ਦੂਜੀ ਅਸੈਂਬਲੀ ਕਿਹੜੀ ਹੈ? ਦੂਜੀ ਇੰਸਟੀਟਿਊਸ਼ਨ ਕਿਹੜੀ ਹੈ? ਨੋਬਲ ਅਸੈਂਬਲੀ ਆਫ ਕੈਰੋਲਿਨਸਕਾ ਇੰਸਟੀਟਿਊਟ। ਓਕੇ, ਤੀਜੀ ਆਪਾਂ ਉਹਦੀ ਗੱਲ ਕਰੀਏ ਇੰਸਟੀਟਿਊਟ ਦੀ ਤਾਂ ਉਹ ਕਿਹੜੀ ਹੈ ਆਪਣੇ ਕੋਲ? ਸਵੀਡਿਸ਼ ਅਕੈਡਮੀ। ਓਕੇ, ਉਸ ਤੋਂ ਬਾਅਦ ਅਗਰ ਚੌਥੇ ਦੀ ਗੱਲ ਕਰੀਏ ਆਪਣੇ ਕੋਲ ਕੀ ਹੈ? ਨਾਰਵੇਗੀਅਨ ਨੋਬਲ ਕਮੇਟੀ। ਇਹ 4 ਇੰਸਟੀਟਿਊਸ਼ਨ ਨੇ ਜਿਨ੍ਹਾਂ ਵੱਲੋਂ ਨੋਬਲ ਪ੍ਰਾਈਜ਼ ਡਿਸਾਈਡ ਕੀਤੇ ਜਾਂਦੇ ਆ ਵੀ ਕਿਹਨੂੰ ਦੇਣੇ ਆ ਕਿਹਨੂੰ ਨਹੀਂ ਦੇਣੇ, ਤੇ ਇਹ ਬਾਅਦ ਚੋਂ ਕੀ ਕਰਦੇ ਆ? ਡਿਸਟ੍ਰੀਬਿਊਟ ਕਰਦੇ। ਇਹ ਬਾਅਦ ਚੋਂ ਕੀ ਕਰਦੇ ਆ? ਡਿਸਟ੍ਰੀਬਿਊਟ ਕਰਦੇ। ਇਹਦੇ ਵਿੱਚ ਇੱਕ ਇੰਪੋਰਟੈਂਟ ਚੀਜ਼ ਹੈ। ਇੰਪੋਰਟੈਂਟ ਚੀਜ਼ ਕੀ ਹੈ? ਉਹ ਚੀਜ਼ ਤੇ ਫੋਕਸ ਕਰਨਾ। ਜਿਹੜੀਆਂ ਸਭ ਤੋਂ ਪਹਿਲੀਆਂ 3 ਇੰਸਟੀਟਿਊਟ ਨੇ, ਇਹ ਤੇ ਇਹ ਜਿਹੜੀਆਂ ਤਿੰਨੋਂ ਇੰਸਟੀਟਿਊਟ ਹੈ ਇਹ ਇੱਕ ਕੰਟਰੀ ਤੋਂ ਬਿਲੋਂਗ ਕਰਦੀਆਂ ਨੇ। ਮਤਲਬ ਇਹ ਤਿੰਨੋਂ ਇੰਸਟੀਟਿਊਟ ਇੱਕ ਕੰਟਰੀ ਦੇ ਵਿੱਚ ਹੈ। ਉਹ ਕੰਟਰੀ ਕਿਹੜੀ ਹੈ? ਸਵੀਡਨ। ਉਹ ਕੰਟਰੀ ਕਿਹੜੀ ਹੈ? ਸਵੀਡਨ। ਮਤਲਬ ਜਿਹੜੀ ਚੌਥੀ ਇੰਸਟੀਟਿਊਟ ਹੈ ਨਾ ਉਹ ਸਵੀਡਨ ਦੇ ਵਿੱਚ ਨਹੀਂ ਹੈ, ਜਾਂ ਚੌਥੀ ਕਮਿਊਨਿਟੀ ਕਹਿ ਲਓ ਉਹ ਸਵੀਡਨ ਦੇ ਵਿੱਚ ਨਹੀਂ ਹੈ। ਤਾਂ ਇਹ ਕਮਿਊਨਿਟੀ ਕਿੱਥੇ ਹੈ? ਨਾਰਵੇ ਦੇ ਵਿੱਚ। ਇਹ ਕਮਿਊਨਿਟੀ ਕਿੱਥੇ ਹੈ? ਨਾਰਵੇ ਦੇ ਵਿੱਚ। ਇਹ ਚੀਜ਼ ਵੀ ਆਪਣੇ ਲਈ ਬਹੁਤ ਜ਼ਰੂਰੀ ਹੈ। ਇਹ ਚੀਜ਼ ਵੀ ਆਪਣੇ ਲਈ ਬਹੁਤ ਜ਼ਰੂਰੀ ਹੈ ਵੀ 2 ਕੰਟਰੀਜ਼ ਨੂੰ ਮਿਲ ਕੇ ਇਹ ਪੂਰੇ ਅਵਾਰਡ ਦਿੰਦੀ ਹੈ। 2 ਕੰਟਰੀਜ਼ ਮਿਲ ਕੇ ਇਹ ਅਵਾਰਡ ਦਿੰਦੀ ਹੈ, ਇੱਕ ਕੰਟਰੀ ਨਹੀਂ ਦਿੰਦੀ, 2। ਔਰ ਇਹ ਸਵੀਡਨ ਵੀ ਆ ਜਾਂਦੀ ਹੈ, ਨਾਰਵੇ ਵੀ ਆ ਜਾਂਦੀ ਹੈ। ਅਗਰ ਪੁੱਛਿਆ ਜਾਵੇ ਕਿੰਨੀ ਕਮਿਊਨਿਟੀਆਂ ਦਿੰਦੀ ਹੈ ਜਾਂ ਕਿੰਨੀਆਂ ਇੰਸਟੀਟਿਊਸ਼ਨ ਦਿੱਤੇ ਤਾਂ ਆਪਣੇ ਕੋਲ ਕੀ ਪਤਾ ਚੱਲ ਜੂਗਾ? 4 ਇੰਸਟੀਟਿਊਸ਼ਨ ਦਿੰਦੀ ਹੈ। ਹੁਣ ਫਰਦਰ ਇਹਨਾਂ ਦੀ ਡਿਟੇਲ ਦੇ ਵਿੱਚ ਵੀ ਜਾਣਾ ਜ਼ਰੂਰੀ ਹੈ। ਡਿਟੇਲ ਦੇ ਵਿੱਚ ਜਾਣਾ ਕਿਉਂ ਜ਼ਰੂਰੀ ਹੈ? ਅਗਰ ਆਪਾਂ ਸਭ ਤੋਂ ਪਹਿਲੀ ਇੰਸਟੀਟਿਊਸ਼ਨ ਦੀ ਗੱਲ ਕਰੀਏ, ਕਿਹੜੀ ਇੰਸਟੀਟਿਊਸ਼ਨ ਦੀ ਗੱਲ ਕਰੀਏ? ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ। ਉਹਦੀ ਗੱਲ ਕਰੀਏ ਤਾਂ ਉਹ ਸਿਰਫ ਤੇ ਸਿਰਫ 3 ਐਸੀ ਚੀਜ਼ਾਂ ਨੂੰ ਅਵਾਰਡ ਦਿੰਦੀ ਹੈ, 3 ਫੀਲਡ ਨੂੰ ਹੀ ਅਵਾਰਡ ਦਿੰਦੀ ਹੈ। ਕਿਹਦੀ ਗੱਲ ਕਰ ਰਿਹਾ ਮੈਂ? ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ। ਉਹ ਸਿਰਫ ਤੇ ਸਿਰਫ 3 ਫੀਲਡ ਦੇ ਵਿੱਚ ਹੀ ਅਵਾਰਡ ਦਿੰਦੀ ਹੈ। ਤਾਂ ਉਹ 3 ਫੀਲਡ ਕਿਹੜੀਆਂ ਨੇ? ਦੇਖੋ ਜਰਾ, ਫਿਜ਼ਿਕਸ, ਕੈਮਿਸਟਰੀ ਐਂਡ ਇਕਨੋਮਿਕ ਸਾਇੰਸ। ਫਿਜ਼ਿਕਸ, ਕੈਮਿਸਟਰੀ ਐਂਡ ਇਕਨੋਮਿਕ ਸਾਇੰਸ। ਜਿਹਨੂੰ ਵੀ ਪ੍ਰਾਈਜ਼ ਦੇਣਾ, ਜਿਹਨੂੰ ਵੀ ਨੋਬਲ ਪ੍ਰਾਈਜ਼ ਦੇਣਾ ਹੈ ਉਹ ਕੌਣ ਡਿਸਾਈਡ ਕਰੂਗੀ? ਇਹ ਡਿਸਾਈਡ ਕਰੂਗੀ। ਕਿਹਦੇ ਵਿੱਚ? ਫਿਜ਼ਿਕਸ ਦੇ ਵਿੱਚ, ਕੈਮਿਸਟਰੀ ਦੇ ਵਿੱਚ ਤੇ ਇਕਨੋਮਿਕ ਸਾਇੰਸ ਦੇ ਵਿੱਚ। ਓਕੇ, ਹੁਣ ਅਗਰ ਦੂਜੀ ਇੰਸਟੀਟਿਊਸ਼ਨ ਤੇ ਜਾਈਏ ਕਿ ਨੋਬਲ ਅਸੈਂਬਲੀ ਐਟ ਕੈਰੋਲਿਨਸਕਾ ਇੰਸਟੀਟਿਊਟ, ਤਾਂ ਜਿਹੜੀ ਇਹ ਅਕੈਡਮੀ ਹੈ ਇਹ ਕਿਹਨੂੰ ਪ੍ਰਾਈਜ਼ ਦੇਊਗੀ? ਇਹ ਸਿਰਫ ਤੇ ਸਿਰਫ ਕਿਹਨੂੰ ਦੇਊਗੀ? ਫਿਜ਼ੀਓਲੋਜੀ ਔਰ ਮੈਡੀਸਿਨ। ਕਿਹਨੂੰ? ਫਿਜ਼ੀਓਲੋਜੀ ਔਰ ਮੈਡੀਸਿਨ ਨੂੰ ਦੇਊਗੀ। ਉਸ ਤੋਂ ਬਾਅਦ ਥਰਡ ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਹੈਗਾ? ਸਵੀਡਿਸ਼ ਅਕੈਡਮੀ। ਤਾਂ ਸਵੀਡਿਸ਼ ਅਕੈਡਮੀ ਕਿਹਨੂੰ ਦੇ ਰਹੀ ਹੈ? ਲਿਟਰੇਚਰ ਨੂੰ। ਉਹ ਕਿਹਨੂੰ ਦੇ ਰਹੀ ਹੈ? ਲਿਟਰੇਚਰ ਨੂੰ। ਲਾਸਟ ਦੇ ਵਿੱਚ ਆਪਣੇ ਕੋਲ ਕੀ ਆ ਗਿਆ? ਨਾਰਵੇਗੀਅਨ ਨੋਬਲ ਕਮੇਟੀ। ਉਹ ਕਿਹਨੂੰ ਦੇ ਰਹੀ ਹੈ? ਉਹ ਲਾਸਟ ਦੇ ਵਿੱਚ ਜਿਹੜਾ ਬਚਿਆ ਆਪਣੇ ਕੋਲ ਉਹ ਕੀ ਹੈ? ਪੀਸ ਪ੍ਰਾਈਜ਼। ਉਹ ਕੀ ਆਪਣੇ ਕੋਲ? ਪੀਸ ਪ੍ਰਾਈਜ਼। ਕਹਿਣ ਦਾ ਮਤਲਬ ਜਿਹੜੀਆਂ 3 ਇੰਸਟੀਟਿਊਸ਼ਨ ਨੇ ਕਿਹੜੀਆਂ? ਸਵੀਡਨ ਦੀਆਂ। ਉਹ ਸਵੀਡਨ ਦੀਆਂ ਮਿਲ ਕੇ ਟੋਟਲ ਕਿੰਨੇ ਪ੍ਰਾਈਜ਼ ਦਿੰਦੀ ਆ? ਕਿੰਨੇ ਪ੍ਰਾਈਜ਼ ਡਿਸਟ੍ਰੀਬਿਊਟ ਕਰਦੀ ਹੈ? 5 ਪ੍ਰਾਈਜ਼ ਡਿਸਟ੍ਰੀਬਿਊਟ ਕਰਦੀ ਹੈ। ਅਗਰ ਮੈਂ ਗੱਲ ਕਰਾਂ ਨਾਰਵੇ ਦੀ ਤਾਂ ਨਾਰਵੇ ਇਕੱਲੀ 1 ਪ੍ਰਾਈਜ਼ ਡਿਸਟ੍ਰੀਬਿਊਟ ਕਰਦੀ ਹੈ, ਜਾਂ ਨਾਰਵੇ ਦੀ ਜਿਹੜੀ ਕਮੇਟੀ ਹੈ, ਨਾਰਵੇ ਦੀ ਜਿਹੜੀ ਇੰਸਟੀਟਿਊਸ਼ਨ ਹੈ ਉਹ 1 ਪ੍ਰਾਈਜ਼ ਡਿਸਟ੍ਰੀਬਿਊਟ ਕਰਦੀ ਹੈ। ਟੋਟਲ ਮਿਲਾ ਕੇ ਕਿੰਨੇ ਹੋ ਗਏ? 6 ਹੋ ਗਏ। क्लियर? समझ गए? चलो जी आगे चलिए फिर नेक्स्ट। अच्छा कुछ फैक्ट्स की गल कर जो हुण तक मिलके बने ने। ओके हुण अगर फैक्ट्स की गल करिए तो स्टार्टिंग के टाइम पीरियड तो लैके करो 1901 तो लैके 2022 मतलब ये साल भी आप इंक्लूड कर लिया ठीक है। 1901 तो लैके 2022 अगर टोटल गल करिए हुण तक घट्टो घट्ट 615 बार की होया अवार्ड दिते गए 615 एक्चुअली अवार्ड दिते गए वार नहीं है ठीक है। 615 की दिते गए अवार्ड दिते गए तो जेडे 615 अवार्ड दिते गए वो किन्ने लोगों ने लिते है किन्ने लोगों ने वो अवार्ड रिसीव किया तो वो अपने को कितना आ जाऊगा 989 999 लोगों को अवार्ड रिसीव होए ने ठीक है। अवार्ड टोटल किन्ने सी 615 किन्ने लोगों को मिले 999 ये किमें पॉसिबल है। ये पॉसिबल इस करके है भी जेडे अवार्ड्स है वो घट्टो घट्ट 2 परसन भी मिल सकते हैं 3 परसन भी मिल सकते हैं। 1 परसन तो मिलूगा ही मिलूगा 2 परसन भी मिल सकते हैं 3 परसन भी ये अवार्ड मिल सकते हैं ठीक है। लेकिन 3 तो ज़्यादा नहीं होंगे लेकिन 3 तो ज़्यादा नहीं होंगे। एक अवार्ड घट्टे घट्ट 3 लोगों को मिल सकता है ठीक है जिदे करके ये गिनती ज़्यादा है जिदे करके ये गिनती ज़्यादा है।
ओके फर्दर देखा जाए तो किन्ना लिखा 999 की ने लोग ने। उस तो सिवा अगर गल करिए तो की ने 27 ऑर्गेनाइजेशन भी ने, 27 अलग ऑर्गेनाइजेशन भी है जिन्होंने की मिले अवार्ड दिते गए कि नोबल पीस प्राइज के जोड़े अवार्ड पीस की गल करिए नोबल प्राइज बोलेंगे, ठीक है। पीस तो मतलब कैटेगरी हैगी, फील्ड हैगी। ओके फर्दर अगर देखा जाए तो हुण तक देखा जाए तो जोड़े 5 इंडिविजुअल ऐसे ने या 5 ऐसे मतलब अलग अलग परसन ने तो 2 ऐसी ऑर्गेनाइजेशन है जिन्होंने एक बार तो ज़्यादा प्राइज मिला हुआ, जिन्होंने एक बार तो ज़्यादा प्राइज मिला हुआ। किन्ने लोग ने 5 ने, 5 जाणियां एक बार तो ज़्यादा प्राइज मिला हुआ। अगर आप ऑर्गेनाइजेशन की गल करिए तो और 2 ऑर्गेनाइजेशन है ने जिन्होंने एक बार तो ज़्यादा प्राइज मिला हुआ, एक बार तो ज़्यादा प्राइज किया हुआ। ये भी आप देखांगे किहड़ियां है, किहदी गल करें नैक्सट स्लाइड दे विच उही चीज़ है। ओके उस तो फर्दर आप चलते हैं। अगर आप इस साल की गल करिए 2022 तो 2022 के घट्टो घट्ट 14 ऐसे लोग ने, 14 ऐसे लॉरिएट्स ने जिन्होंने यह अवार्ड मिले या जिन्होंने नोबल प्राइज मिले। कि गल कर रहा 2022 की। अगर मैं 2022 की गल करा तो 2022 टोटल किन्ने पीपल ने 14, मतलब 2022 अगर गल करें 2021 तक टोटल किन्ने से इस तो पहला, मतलब वो अपने को कितना आ जाऊगा 601 और ये अपने को कितना आ जाऊगा 2001 तक किन्ने दिते गए सी 601 ही दिते गए सी। लोड़ नहीं इस चीज़ की, छोड़ो इन्नी दूर तक ही जाना आप। ओके चलो नैक्सट अपने को की है ओके हाँ यंगेस्ट नोबल प्राइज की गल करिए तो हुण तक 2022 1901 तो लैके 2022 तक हुण तक जिहड़ा एक ऐजा परसन है जिहड़ा सब तो यंगेस्ट सी जिन्होंने नोबल प्राइज दिता गया। किन्नी उम्र दे विच दिता गया हो सिर्फ तो सिर्फ 17 उम्र के परसन सीगे, वो सिर्फ तो सिर्फ 17 उम्र के परसन सी ते उन्हां नूं जिहड़ा प्राइज सी कदों दिता गया सी 2014 दे विच। प्राइज कदों मिलिया सी उन्हां नूं 2014 दे विच प्राइज मिलिया सी ते प्राइज किहड़ा मिलिया सी उन्हां नूं नोबल पीस प्राइज मिलिया सी। किहड़ा प्राइज मिलिया सी नोबल पीस प्राइज मिलिया सी ते जिहड़ा नोबल पीस प्राइज मिलिया सी किन्नू मिलिया सी मलाला यूसुफज़ई। की सी यूसुफज़ई, मलाला यूसुफज़ई नूं प्राइज मिला सी जो हुण तक दे सब तो छोटे या सब तो यंगेस्ट परसन ने जिन्होंने 2014 दे विच 17 साल की उम्र दे विच यह नोबल प्राइज मिलिया सी। ठीक है ओके इस तो सिवा एक इंटरेस्टिंग फैक्ट होर अपने को है कि अगर मैं गल करा स्टार्टिंग तो लैके कदों 1901 तो लैके 2022 अगर मैं पूरा टाइम पीरियड देख ला तो पूरे टाइम पीरियड विच एज ए घट्टो घट्ट कितनी वूमेंस है जिन्होंने प्राइज मिला नोबल पीस प्राइज तो अपने को कितना आ जाऊगा अराउंड 61 वूमेंस है। कितने वूमेंस है 61 वूमेंस है जिन्होंने की मिला मतलब प्राइज मिला हुआ। ठीक है कहने का मतलब है ऐदा करना मैं इस स्टेटमेंट को रिपीट करदा और रीजन है घट्टो मतलब 61 61 वारी जिहड़ा नोबल प्राइज है किनू गया वूमेंस नू गया लेकिन 61 वूमेंस नहीं है। ठीक है लेकिन 61 वूमेंस नहीं है 61 वार 61 वार जिहड़ा नोबल प्राइज है किनू मिला वूमेन नू मिला। ये पीछे रीजन की है क्योंकि ये भी तो हो सकता है एक वूमेन नू 2 बारी पीस प्राइज मिला हुए। ओके ठीक है तो 61 वार मतलब 61 वार जिहड़ा प्राइज मिला किनू मिला वूमेंस नू मिला है। ठीक है ओके आ पूरी लिस्ट है इस वक्त की। ठीक है 1901 तो लैके 2022 तक। ठीक है जिहदे विच फिजिक्स दे अनेक केमिस्ट्री मेडिसिन मतलब पूरा वेरवा दिता हुआ एक बार तुसीं गो थ्रू हो सकते हो तुहाडे लिए लिस्ट ऐड की है। चलो जी नैक्सट चलते हैं अपने को। ओके हुण आपां ओह लोकां दी गल करांगे जिहड़े 5 पिछे लिखे सी ना हाँ 5 ओह वाले लोग ने जिन्हां नूं नोबल पीस प्राइज 2 बार मिले पीस नहीं है। ठीक है नोबल प्राइज जिहड़ा उन्होंने एक बार तो ज़्यादा बार मिला है। ये 5 लोग ओह ने ये 5 लॉरिएट्स ओह ने जिन्होंने एक बार तो ज़्यादा नोबल प्राइज मिला हुआ। उहदे विच अगर स्टार्टिंग की गल करिए स्टार्टिंग दे विच सब तो पहले अपने को परसन कौन आ जाए जे बार्डीन। कौन है जे बार्डीन। अगर जे बार्डीन की गल करिए इन्होंने जिहड़ा नोबल प्राइज मिला किस फील्ड दे विच मिला फिजिक्स की फील्ड दे विच मिला। किहड़ी फील्ड दे विच मिला फिजिक्स की फील्ड दे विच मिला। किहड़े ईयर दे विच मिला पहला इन्होंने 1956 दे विच मिला सी दूजा कदों मिला सी 1972 दे विच मिलिया सी। सैकेंड परसन दे देखो अपने को कौन है मैडम क्यूरी। हुण इन्हां दी गल करिए तो इन्होंने जिहड़ा पीस प्राइज मिला ये इंटरेस्टिंग क्वेश्चन बन सकता है। ये इंटरेस्टिंग क्वेश्चन बन सकता है जिहड़ा इन्होंने नोबल प्राइज मिलिया सी वो की दोनों बार सेम फील्ड दे विच मिलिया सी नहीं उरे अपने को किया होगा नहीं पहली बार इन्होंने फिजिक्स दे विच मिलिया सी दूजी बार इन्होंने किहदे विच मिलिया सी केमिस्ट्री दे विच मिलिया सी। अच्छा फिजिक्स की गल करिए तो कदों मिलिया सी 1903 अगर केमिस्ट्री की गल करिए कदों मिलिया सी 1911 दे विच मिलिया सी। ठीक है ये एज ए परसन दे विच आंदे आ जिन्हां जिहड़ा नोबल प्राइज है अलग अलग फील्ड दे विच मिला है बहुत लिमिटेड परसन है। दूजा परसन देखो हमने अपने को कौन है दूजे परसन एल पॉलिंग। हुण अगर आप एल पॉलिंग की गल करिए तो एल पॉलिंग भी एक एज ए परसन ने ठीक है जिन्होंने नोबल प्राइज है अलग अलग फील्ड दे विच मिला 2 बार।
ਤਾਂ ਪਹਿਲੀ ਵਾਰ ਦੀ ਗੱਲ ਕਰੀਏ, ਪਹਿਲੀ ਵਾਰ ਉਹਨਾਂ ਨੂੰ ਕੀ 'ਚ ਮਿਲਿਆ ਸੀ? ਕੈਮਿਸਟਰੀ ਦੇ ਵਿੱਚ ਮਿਲਿਆ ਸੀ। ਦੂਜੀ ਵਾਰ ਦੀ ਗੱਲ ਕਰੀਏ, ਦੂਜੀ ਵਾਰ ਉਹਨਾਂ ਨੂੰ ਕੀ 'ਚ ਮਿਲਿਆ ਸੀ? ਪੀਸ ਦੇ ਵਿੱਚ ਮਿਲਿਆ ਸੀ। ਓਕੇ, ਨੈਕਸਟ ਦੇਖੋ, ਨੈਕਸਟ ਆਪਣੇ ਕੋਲ ਕੀ ਆ ਗਏ? ਐਸ ਸੈਂਗਰ। ਨੈਕਸਟ ਆਪਣੇ ਕੋਲ ਕੀ ਆ ਗਏ? ਐਫ ਸੈਂਗਰ। ਹੁਣ ਐਫ ਸੈਂਗਰ ਦੀ ਗੱਲ ਕਰੀਏ, ਇਹਨਾਂ ਨੂੰ ਜਿਹੜਾ ਨੋਬਲ ਪ੍ਰਾਈਜ਼ ਆ ਉਹ ਕਿਹਦੇ ਵਿੱਚ ਮਿਲਿਆ ਸੀ? ਉਹ ਕੈਮਿਸਟਰੀ ਦੀ ਫੀਲਡ ਦੇ ਵਿੱਚ ਮਿਲਿਆ ਸੀ। ਕਿਹੜੀ ਫੀਲਡ ਦੇ ਵਿੱਚ ਮਿਲਿਆ ਸੀ? ਕੈਮਿਸਟਰੀ ਦੀ ਫੀਲਡ ਦੇ ਵਿੱਚ ਮਿਲਿਆ ਸੀ। ਹੁਣ ਲਾਸਟ ਪਰਸਨ ਉਹ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਆ ਜਿਹੜਾ ਇੱਕ ਵਾਰ ਤੋਂ ਜ਼ਿਆਦਾ ਵਾਰ ਮਿਲਿਆ ਹੋਇਆ, ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ। ਉਹਨਾਂ 'ਚ ਕੌਣ ਆ ਗਿਆ? ਕੇ ਬੈਰੀ ਸ਼ਾਰਪਲੈਸ। ਉਹਨਾਂ 'ਚ ਹੁਣ ਕੌਣ ਆਇਆ ਹੈ? ਕੇ ਬੈਰੀ ਸ਼ਾਰਪਲੈਸ, ਜਿਨ੍ਹਾਂ ਨੂੰ 2 ਵਾਰੀ ਨੋਬਲ ਪ੍ਰਾਈਜ਼ ਮਿਲਿਆ। ਤੇ ਉਹ ਕਦੋਂ ਕਿਹੜੀ ਫੀਲਡ ਦੇ ਵਿੱਚ ਮਿਲਿਆ? ਕੈਮਿਸਟਰੀ ਫੀਲਡ ਦੇ ਵਿੱਚ ਮਿਲਿਆ। ਇੱਕ 2001 ਦੇ ਵਿੱਚ ਮਿਲਿਆ ਸੀ ਤੇ ਦੂਜਾ ਇਸੇ ਸਾਲ 2022 ਦੇ ਵਿੱਚ ਦਿੱਤਾ ਗਿਆ। ਓਕੇ, ਕਲੀਅਰ? ਚਲੋ ਅੱਗੇ ਚੱਲਦੇ ਹਾਂ। ਹੁਣ ਨੈਕਸਟ ਦੇਖੋ, ਨੈਕਸਟ ਆਪਾਂ ਕੀ ਦੇਖਾਂਗੇ? ਨੈਕਸਟ ਆਪਾਂ ਇਹ ਦੇਖਾਂਗੇ ਵੀ ਜਿਹੜਾ ਨੋਬਲ ਪ੍ਰਾਈਜ਼ ਹੈ ਉਹ ਕਿਹੜੀ ਹੈ ਜੀ ਆਰਗੇਨਾਈਜੇਸ਼ਨ ਨੂੰ ਇੱਕ ਵਾਰ ਤੋਂ ਜ਼ਿਆਦਾ ਮਿਲਿਆ ਹੋਇਆ। ਇੱਕ ਵਾਰ ਤੋਂ ਜ਼ਿਆਦਾ ਮਿਲਿਆ ਤਾਂ ਉਹਦੇ ਵਿੱਚ ਆਪਣੇ ਕੋਲ ਕਿੰਨੀਆਂ ਆਰਗੇਨਾਈਜੇਸ਼ਨ ਨੇ? 2 ਆਰਗੇਨਾਈਜੇਸ਼ਨ ਆਈਆਂ। ਕਿੰਨੀਆਂ ਆਰਗੇਨਾਈਜੇਸ਼ਨ ਆਈਆਂ? 2 ਆਰਗੇਨਾਈਜੇਸ਼ਨ ਹੈ। ਸਭ ਤੋਂ ਪਹਿਲੀ ਕਿਹੜੀ ਹੈ? ICRC। ਸਭ ਤੋਂ ਪਹਿਲੀ ਕਿਹੜੀ ਹੈ? ICRC, ਜੋ ਕੀ ਹੈ? ਕਮੇਟੀ ਇੰਟਰਨੈਸ਼ਨਲ ਕਮੇਟੀ ਜਿਨੇਵਾ ਦੀ ਹੈ। ਠੀਕ ਹੈ, ਹੁਣ ਇਹਨਾਂ ਦੀ ਗੱਲ ਕਰੀਏ, ਇਹਨਾਂ ਨੂੰ ਜਿਹੜਾ ਪ੍ਰਾਈਜ਼ ਮਿਲਿਆ, ਨੋਬਲ ਪ੍ਰਾਈਜ਼ ਕਿੰਨੀ ਵਾਰ ਮਿਲਿਆ? 3 ਵਾਰ ਮਿਲਿਆ ਹੋਇਆ ਇਸ ਕਮੇਟੀ ਨੂੰ। 3 ਵਾਰੀ ਇਸ ਆਰਗੇਨਾਈਜੇਸ਼ਨ ਨੂੰ 3 ਵਾਰੀ ਨੋਬਲ ਪ੍ਰਾਈਜ਼ ਮਿਲਿਆ। ਤੇ ਉਹ ਕਿਹੜੀ ਫੀਲਡ ਦੇ ਵਿੱਚ ਮਿਲਿਆ? ਤਾਂ ਆਪਣੇ ਕੋਲ ਕੀ ਆ ਜਾਊਗਾ? ਪੀਸ ਫੀਲਡ ਦੇ ਵਿੱਚ। ਕਿਹੜੀ? ਪੀਸ ਫੀਲਡ ਦੇ ਵਿੱਚ ਕਦੋਂ ਮਿਲਿਆ? 1917 ਵਿੱਚ, 1944 ਦੇ ਵਿੱਚ ਤੇ 1963 ਦੇ ਵਿੱਚ 3 ਵਾਰੀ ਇਹਨਾਂ ਨੂੰ ਕੀ ਮਿਲਿਆ ਹੈ? ਪੀਸ ਪ੍ਰਾਈਜ਼ ਮਿਲਿਆ ਹੈ, ਨੋਬਲ ਪੀਸ ਪ੍ਰਾਈਜ਼। ਓਕੇ, ਹੁਣ ਅਗਰ ਆਪਾਂ ਦੂਜੀ ਆਰਗੇਨਾਈਜੇਸ਼ਨ ਦੀ ਗੱਲ ਕਰੀਏ, ਦੂਜੀ ਆਰਗੇਨਾਈਜੇਸ਼ਨ ਆਪਣੇ ਕੋਲ ਕੀ ਆ ਗਿਆ? UNHCR। UNHCR, ਅਗਰ ਆਪਾਂ ਇਸ ਆਰਗੇਨਾਈਜੇਸ਼ਨ ਦੀ ਗੱਲ ਕਰੀਏ ਤਾਂ ਇਸ ਆਰਗੇਨਾਈਜੇਸ਼ਨ ਨੂੰ ਵੀ ਇੱਕ ਤੋਂ ਜ਼ਿਆਦਾ ਵਾਰ ਨੋਬਲ ਪ੍ਰਾਈਜ਼ ਮਿਲਿਆ। ਤੇ ਉਹ ਕਿਹੜੀ ਫੀਲਡ ਦੇ ਵਿੱਚ ਮਿਲਿਆ? ਉਹ ਵੀ ਆਪਣੇ ਕੋਲ ਕਿਹੜੀ ਆ ਗਈ? ਪੀਸ ਦੇ ਵਿੱਚ। ਕਿਹਦੇ ਵਿੱਚ? ਪੀਸ ਦੇ ਵਿੱਚ। 1954 ਤੇ 1981 ਦੇ ਵਿੱਚ। 1954 ਤੇ 1981 ਦੇ ਵਿੱਚ। ਕਲੀਅਰ? ਚਲੋ ਜੀ ਨੈਕਸਟ ਦੇਖੋ। ਓਕੇ, ਹੁਣ ਜਿਹੜਾ ਨੋਬਲ ਪੀਸ ਪ੍ਰਾਈਜ਼ ਹੈ ਜਿਹੜਾ ਦਿੱਤਾ ਜਾਂਦਾ ਹੈ, ਮਤਲਬ ਜਿਨ੍ਹਾਂ ਨੂੰ ਨੋਬਲ ਪੀਸ ਪ੍ਰਾਈਜ਼ ਮਿਲਦਾ, ਸੌਰੀ ਨੋਟ, ਮੈਂ ਬਾਰ-ਬਾਰ ਪੀਸ ਬੋਲੀ ਜਾਂਦਾ, ਠੀਕ ਹੈ, ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਦਾ, ਅਗਰ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਨਾ ਉਹਨਾਂ ਨੂੰ ਇੱਕ ਅਮਾਊਂਟ ਵੀ ਦਿੱਤੀ ਜਾਂਦੀ ਹੈ, ਕੁਝ ਪੈਸੇ ਵੀ ਦਿੱਤੇ ਜਾਂਦੇ। ਠੀਕ ਹੈ, ਉਹਦੀ ਗੱਲ ਕਰੀਏ ਤਾਂ ਉਹਨਾਂ ਨੂੰ ਕਿੰਨੇ ਪੈਸੇ ਦਿੱਤੇ ਜਾਂਦੇ? ਉਹਨਾਂ ਨੂੰ 10 ਮਿਲੀਅਨ ਦਿੱਤਾ ਜਾਂਦਾ। 10 ਮਿਲੀਅਨ ਕਿਹੜਾ? 10 ਮਿਲੀਅਨ ਸਵੀਡਨ ਕਰੋਨਾ। 10 ਮਿਲੀਅਨ ਸਵੀਡਨ ਕਰੋਨਾ ਉਹਨਾਂ ਨੂੰ ਦਿੱਤਾ ਜਾਂਦਾ ਹੈ। ਠੀਕ ਹੈ, ਉਹਨਾਂ ਨੂੰ ਮੈਡਲ ਤਾਂ ਮਿਲਦਾ ਹੀ ਮਿਲਦਾ, ਉਹਦੇ ਨਾਲ ਪ੍ਰਾਈਜ਼ ਮਨੀ ਵੀ ਦਿੱਤੀ ਜਾਂਦੀ ਹੈ। ਕਿੰਨੀ ਮਿਲਦੀ ਹੈ? 10 ਮਿਲੀਅਨ। 10 ਮਿਲੀਅਨ ਕੀ ਹੈ? ਸਵੀਡਨ SWK, ਸਵੀਡਨ ਕਰੋਨਾ ਵੀ ਮਿਲਦਾ। ਤੇ ਇੱਕ ਚੀਜ਼ ਦਾ ਧਿਆਨ ਰੱਖਣਾ, ਹਾਂ, ਅਗਰ ਮੈਂ 10 ਮਿਲੀਅਨ ਦੀ ਗੱਲ ਕਰ ਰਿਹਾ, ਅਗਰ ਇਹ 10 ਮਿਲੀਅਨ, ਠੀਕ ਹੈ, ਕਿਸੇ ਮਤਲਬ ਅਗਰ ਕਹਿ ਰਿਹਾ ਮੈਂ ਫਿਜ਼ਿਕਸ ਦੀ ਫੀਲਡ ਦੇ ਵਿੱਚ 3 ਜਣਿਆਂ ਨੂੰ ਮਿਲਿਆ, ਮੰਨ ਲਓ ਫਿਜ਼ਿਕਸ ਦੀ ਫੀਲਡ ਦੇ ਵਿੱਚ ਜਿਹੜਾ ਨੋਬਲ ਪ੍ਰਾਈਜ਼ ਆ ਉਹ 3 ਲੋਕਾਂ ਨੂੰ ਮਿਲਿਆ, ਤਾਂ ਇਹ 10 ਮਿਲੀਅਨ ਤਿੰਨਾਂ ਨੂੰ ਮਿਲੂਗਾ? ਨਹੀਂ, ਇਹ 10 ਮਿਲੀਅਨ ਤਿੰਨਾਂ ਦੇ ਵਿੱਚ ਡਿਵਾਈਡ ਹੋਊਗਾ, ਮਤਲਬ 3.3 3.3 3.3 ਐਦਾਂ ਕਰਕੇ ਤਿੰਨਾਂ ਦੇ ਵਿੱਚ ਡਿਵਾਈਡ ਹੋਊਗਾ। ਕਲੀਅਰ? ਐਦਾਂ ਨਹੀਂ ਇਕੱਲੇ ਨੂੰ 10 ਮਿਲੀਅਨ ਮਿਲੂਗਾ, ਅਮਾਊਂਟ ਹੁੰਦੀ ਹੈ, ਡਿਵਾਈਡ ਇਹ ਸਾਰਿਆਂ ਦੇ ਵਿੱਚ ਹੋਊਗਾ। ਠੀਕ ਹੈ, ਅਗਰ ਇਕੱਲਾ ਹੈ ਤਾਂ ਇਕੱਲੇ ਪਰਸਨ ਨੂੰ ਪੂਰੇ ਪੈਸੇ ਮਿਲਣਗੇ। ਓਕੇ, ਹੁਣ ਆਪਾਂ ਗੱਲ ਕਰਦੇ ਹਾਂ ਨੋਬਲ ਪ੍ਰਾਈਜ਼ ਦੀ ਇਸ ਸਾਲ ਦੇ 2022 ਦੇ। ਉਹਨਾਂ ਦੇ ਨਾਮ ਆਪਣੇ ਲਈ ਜ਼ਰੂਰੀ ਹੈ, ਐਗਜ਼ਾਮ ਪੁਆਇੰਟ ਆਫ ਵਿਊ ਨਾਲ ਆਪਾਂ ਉਹ ਸਾਰੇ ਕੁਝ ਦੇਖਾਂਗੇ। ਨਾਮ ਦੇ ਨਾਲ ਹੋਰ ਕੀ ਚੀਜ਼ ਜ਼ਰੂਰੀ ਹੈ? ਜੋ ਉਹਨਾਂ ਨੇ ਰਿਸਰਚ ਕੀਤੀ ਹੈ ਜਿਹਦੇ ਕਰਕੇ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ, ਉਹ ਚੀਜ਼ ਵੀ ਜ਼ਰੂਰੀ ਹੈ। ਚਲੋ ਦੇਖੋ, ਅਗਰ ਸਭ ਤੋਂ ਪਹਿਲੀ ਚੀਜ਼ ਆਪਾਂ ਕਿਹਦੇ ਬਾਰੇ ਗੱਲ ਕਰ ਰਹੇ ਹਾਂ? ਸਟਾਰਟਿੰਗ ਦੇਖੋ ਕਿਹਦੀ ਹੈ? ਫਿਜ਼ਿਕਸ ਦੀ ਗੱਲ ਕਰ ਰਹੇ ਹਾਂ। ਨੋਬਲ ਪ੍ਰਾਈਜ਼ ਇਨ ਫਿਜ਼ਿਕਸ 2022, ਤਾਂ ਕਿੰਨੇ ਲੋਕਾਂ ਨੂੰ ਮਿਲਿਆ ਜਾਂ ਕਿੰਨੇ ਲੋਰੇਟਸ ਨੂੰ ਮਿਲਿਆ? ਤਾਂ ਉਹਦੇ ਵਿੱਚ ਆਪਣੇ ਕੋਲ ਕੀ ਆਗਾ? 3 ਲੋਰੇਟਸ ਨੇ। ਕਿੰਨੇ ਨੇ? 3 ਲੋਰੇਟਸ ਨੇ ਜਿਨ੍ਹਾਂ ਨੂੰ ਇਹ ਪ੍ਰਾਈਜ਼ ਮਿਲਿਆ। ਹੁਣ ਉਹਨਾਂ ਦੀ ਗੱਲ ਕਰੀਏ, ਅਗੇਨ ਉਹੀ ਚੀਜ਼, 10 ਮਿਲੀਅਨ ਹੈ, ਤਿੰਨਾਂ ਦੇ ਵਿੱਚ ਡਿਵਾਈਡ ਹੋਊਗਾ। ਇਹਨੂੰ ਕਿੰਨਾ ਮਿਲੂਗਾ? 3.33 ਮਿਲੀਅਨ, 3.33 ਮਿਲੀਅਨ, 3.33 ਮਿਲੀਅਨ, ਜਾਂ 3/3 ਐਦਾਂ ਕਰ ਲਓ। ਠੀਕ ਹੈ, ਓਕੇ। ਫਰਦਰ ਹਾਂ, ਸਭ ਤੋਂ ਪਹਿਲੇ ਪਰਸਨ ਦੀ ਗੱਲ ਕਰੀਏ, ਉਹਨਾਂ ਦਾ ਨਾਮ ਕੀ ਹੈ? ਐਲਨ ਐਸਪੈਕਟ। ਦੂਜਾ ਆਪਣੇ ਕੋਲ ਕੀ ਹੈ? ਜੌਨ ਐਫ ਕਲੋਜ਼ਰ। ਤੇ ਤੀਜੇ ਆਪਣੇ ਕੋਲ ਕੀ ਹੈ? ਐਂਟੋਨ ਜ਼ਲਿੰਗਰ। ਇਹ 3 ਲੋਕ ਉਹ ਨੇ ਜਿਨ੍ਹਾਂ ਨੂੰ ਫਿਜ਼ਿਕਸ ਦੇ ਫੀਲਡ ਦੇ ਵਿੱਚ ਕੀ ਮਿਲਿਆ? ਨੋਬਲ ਪ੍ਰਾਈਜ਼ ਮਿਲਿਆ। ਕਦੋਂ? ਇਸ ਸਾਲ। ਕਦੋਂ? 2022 ਦੇ ਵਿੱਚ। ਤੇ ਇਹਨਾਂ ਦੀ ਗੱਲ ਕਰੀਏ, ਇਹਨਾਂ ਨੇ ਕਿਸ ਫੀਲਡ ਦੇ ਵਿੱਚ ਜਾਂ ਇਹਨਾਂ ਨੇ ਇਹੋ ਜਿਹਾ ਕੀ ਕੰਮ ਕੀਤਾ ਸੀ ਜਿਹਦੇ ਕਰਕੇ ਇਹਨਾਂ ਨੂੰ ਮਿਲਿਆ? ਤਾਂ ਇਹਨਾਂ ਨੇ ਫੋਟੋਨ ਦੇ ਰਿਲੇਟਿਡ ਕੁਝ ਕੰਮ ਕੀਤਾ ਸੀ। ਦੇਖੋ ਕਿਸ ਕਰਕੇ ਮਿਲਿਆ? ਫॉर ਐਕਸਪੈਰੀਮੈਂਟ ਵਿਦ ਐਂਟੈਂਗਲਡ photons establishing the violating of Bell inequality and pioneering quantum formation science। ਠੀਕ ਹੈ, ਜਿਹਦੇ ਕਰਕੇ ਇਹਨਾਂ ਨੂੰ ਕੀ ਮਿਲਿਆ? ਫਿਜ਼ਿਕਸ ਦੇ ਵਿੱਚ ਕੀ ਮਿਲਿਆ? ਪ੍ਰਾਈਜ਼ ਮਿਲਿਆ, ਨੋਬਲ ਪ੍ਰਾਈਜ਼ ਮਿਲਿਆ। ਕਿਹਦੇ ਵਿੱਚ? ਫਿਜ਼ਿਕਸ ਦੇ ਵਿੱਚ। ਨੈਕਸਟ ਦੇਖੋ ਆਪਣੇ ਕੋਲ ਕੀ ਹੈ? ਨੋਬਲ ਪ੍ਰਾਈਜ਼ ਇਨ ਕੈਮਿਸਟਰੀ ਦੀ ਗੱਲ ਕਰਿਆ।
ਹੁਣ ਇਸ ਸਾਲ ਕੈਮਿਸਟਰੀ ਦੀ ਅਗਰ ਗੱਲ ਕਰੀਏ ਤਾਂ ਜਿਹੜਾ ਨੋਬਲ ਪ੍ਰਾਈਜ਼ ਦਿੱਤਾ ਗਿਆ ਉਹ ਵੀ 3 ਲੋਕਾਂ ਨੂੰ ਮਿਲਿਆ, ਕੈਮਿਸਟਰੀ ਦਾ ਵੀ। ਹੁਣ 3 ਲੋਕਾਂ ਦੀ ਗੱਲ ਕਰੀਏ, ਉਹਦੇ ਸਭ ਤੋਂ ਪਹਿਲੇ ਪਰਸਨ ਆਪਣੇ ਕੋਲ ਕੀ ਆਉਂਦਾ, ਕੈਰੋਲਾਈਨ ਆਰ ਬੈਟਰੋਜ਼ੀ। ਕੀ ਹੈ, ਕੈਰੋਲਾਈਨ ਆਰ ਬੈਟਰੋਜ਼ੀ। ਇਹਨਾਂ ਦੀ ਗੱਲ ਕਰੀਏ ਆਪਾਂ ਨੂੰ ਲੱਗਦਾ ਨਹੀਂ ਹੈ, ਲੇਕਿਨ ਇਹ ਫੀਮੇਲ ਹੈ, ਠੀਕ ਹੈ। ਇਸ ਟਾਈਮ ਜੋ ਉਹਦੇ ਪੋਸਚਰ ਆ, ਮਤਲਬ ਫੋਟੋ ਲੱਗੀ ਹੈ, ਉਹ ਤੋਂ ਲੱਗਦਾ ਨਹੀਂ ਹੈ, ਬਟ ਇਹ ਫੀਮੇਲ ਨੇ, ਠੀਕ ਹੈ, ਕੈਰੋਲਾਈਨ ਆਰ ਬੈਟਰੋਜ਼ੀ, ਠੀਕ ਹੈ। ਉਸ ਤੋਂ ਬਾਅਦ ਅਗਰ ਨੈਕਸਟ ਪਰਸਨ ਦੀ ਗੱਲ ਕਰੀਏ, ਨੈਕਸਟ ਪਰਸਨ ਆਪਣੇ ਕੋਲ ਕੀ ਹੈ, ਮੋਰਟਨ ਮੈਲਡਨ। ਮੋਰਟਨ ਮੈਲਡਨ ਜਿਹੜੇ ਨੈਕਸਟ ਪਰਸਨ ਨੇ। ਤੀਜੇ ਪਰਸਨ ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਹੈ, ਕੇ ਬੈਰੀ ਸ਼ਾਰਪਲੈਸ। ਕੇ ਬੈਰੀ ਸ਼ਾਰਪਲੈਸ ਇਹ ਉਹੀ ਪਰਸਨ ਨੇ ਨਾ, ਕੇ ਬੈਰੀ ਸ਼ਾਰਪਲੈਸ ਹੁਣੇ ਕੀਤਾ ਸੀ ਨਾ। ਕੀ ਕੀਤਾ ਸੀ ਕੇ ਬੈਰੀ ਸ਼ਾਰਪਲੈਸ ਬਾਰੇ, ਕਿ ਇਹ ਉਹ ਪਰਸਨ ਨੇ ਜਿਨ੍ਹਾਂ ਨੂੰ 2 ਵਾਰੀ ਕੀ ਮਿਲਿਆ ਹੋਇਆ, ਨੋਬਲ ਪ੍ਰਾਈਜ਼। 2 ਵਾਰੀ ਮਿਲਿਆ ਹੋਇਆ ਕੀ, ਨੋਬਲ ਪ੍ਰਾਈਜ਼। ਦੱਸੋ ਜਰਾ ਪਹਿਲੀ ਵਾਰੀ ਕਦੋਂ ਮਿਲਿਆ ਸੀ, ਦੂਜੀ ਵਾਰੀ ਤਾਂ ਹੁਣ ਮਿਲਿਆ 2022 ਦੇ ਵਿੱਚ, ਪਹਿਲੀ ਵਾਰੀ ਕਦੋਂ ਮਿਲਿਆ ਸੀ, ਹਾਂਜੀ ਦੱਸੋ ਜਰਾ, ਭੁੱਲ ਗਏ, ਨਹੀਂ ਆ ਰਿਹਾ। ਚਲੋ ਹੁਣ ਪਹਿਲੀ ਵਾਰੀ ਦੀ ਗੱਲ ਕਰੀਏ ਤਾਂ ਪਹਿਲੀ ਵਾਰੀ ਇਹਨੂੰ ਕਦੋਂ ਮਿਲਿਆ ਸੀ, 2001 ਦੇ ਵਿੱਚ। ਪਹਿਲੀ ਵਾਰੀ ਕਦੋਂ ਮਿਲਿਆ ਸੀ, 2001 ਦੇ ਵਿੱਚ ਮਿਲਿਆ ਸੀ। ਦੂਜੀ ਵਾਰੀ ਕਦੋਂ ਮਿਲਿਆ, ਹੁਣ 2022 ਦੇ ਵਿੱਚ। ਓਕੇ, ਹੁਣ ਕੈਮਿਸਟਰੀ ਦੇ ਵਿੱਚ ਅਗਰ ਕੈਮਿਸਟਰੀ ਫੀਲਡ ਦੇ ਵਿੱਚ ਗੱਲ ਕਰੀਏ ਤਾਂ ਇਹਨਾਂ ਨੇ ਕਿਸ ਚੀਜ਼ ਦੇ ਰਿਲੇਟਡ ਕੰਮ ਕੀਤਾ। ਇਹਨਾਂ ਨੇ ਜੋ ਕੰਮ ਕੀਤਾ ਕਿਹਦੇ ਰਿਲੇਟਡ ਕੀਤਾ, ਕਲਿੱਕ ਕੈਮਿਸਟਰੀ ਦੇ ਵਿੱਚ, ਠੀਕ ਹੈ। ਫॉर द ਡਿਵੈਲਪਮੈਂਟ ਆਫ ਕਲਿੱਕ ਕੈਮਿਸਟਰੀ ਐਂਡ ਬਾਇਓ ਆਰਥੋਗਨਲ ਕੈਮਿਸਟਰੀ। ਇਸ ਫੀਲਡ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਸੀ ਕੈਮਿਸਟਰੀ ਵਿੱਚ, ਐਕਸਪੈਰੀਮੈਂਟ ਕੀਤੇ ਜਿਹਦੇ ਕਰਕੇ ਇਹਨਾਂ ਨੂੰ ਇਹਦੇ ਵਿੱਚ ਅਵਾਰਡ ਮਿਲਿਆ। ਕਿਹਦੇ ਵਿੱਚ, ਕੀ ਕਰ ਰਿਹਾ, ਕੈਮਿਸਟਰੀ ਦੇ ਵਿੱਚ 3 ਲੋਕਾਂ ਨੂੰ ਅਵਾਰਡ ਮਿਲਿਆ। ਕਲੀਅਰ, ਚਲੋ ਨੈਕਸਟ ਚਲੋ। ਨੈਕਸਟ ਆਪਣੇ ਕੋਲ ਕੀ ਹੈ, ਨੋਬਲ ਪ੍ਰਾਈਜ਼ ਇਨ ਫਿਜ਼ੀਓਲੋਜੀ ਔਰ ਮੈਡੀਸਿਨ। ਓਕੇ, ਹੁਣ ਆਪਾਂ ਕਿਹਦੀ ਗੱਲ ਕਰ ਰਹੇ ਹਾਂ, ਫਿਜ਼ੀਓਲੋਜੀ ਤੇ ਮੈਡੀਸਿਨ ਦੀ ਗੱਲ ਕਰ ਰਹੇ ਹਾਂ। ਫਿਜ਼ੀਓਲੋਜੀ ਤੇ ਮੈਡੀਸਿਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਨ੍ਹਾਂ ਨੂੰ ਇਸ ਸਾਲ ਦਾ ਨੋਬਲ ਪ੍ਰਾਈਜ਼ ਮਿਲਿਆ ਉਹ ਕੌਣ ਨੇ, ਸਵਾਂਤੇ ਪੇਬੋ। ਕੌਣ ਨੇ, ਸਵਾਂਤੇ ਪੇਬੋ। ਦੇਖੋ ਇਹ ਇੱਕੋ ਪਰਸਨ ਨੇ ਨਾ, ਤਾਂ 10 ਦਾ 10 ਮਿਲੀਅਨ ਇਹਨਾਂ ਕੋਲ ਜਾਊਗਾ, 10 ਦਾ 10 ਮਿਲੀਅਨ ਸਵੀਡਨ ਕਰੋਨਾ ਇਹਨਾਂ ਕੋਲ ਜਾਊਗਾ, ਠੀਕ ਹੈ। ਇੱਥੇ ਡਿਵਾਈਡ ਨਹੀਂ ਹੋਊਗਾ। ਓਕੇ, ਤਾਂ ਇਹਨਾਂ ਨੂੰ ਕਿਹਦੇ ਵਿੱਚ ਮਿਲਿਆ, ਮੈਡੀਸਿਨ ਦੇ ਵਿੱਚ ਜਾਂ ਫਿਜ਼ੀਓਲੋਜੀ ਦੇ ਵਿੱਚ। ਓਕੇ, ਤੇ ਇਹਨਾਂ ਨੇ ਕਿਸ ਫੀਲਡ ਦੇ ਵਿੱਚ ਕੰਮ ਕੀਤਾ, ਮਤਲਬ ਮੈਡੀਸਿਨ ਦੇ ਵਿੱਚ ਕੰਮ ਕੀਤਾ, ਲੇਕਿਨ ਟੌਪਿਕ ਇਹਨਾਂ ਦਾ ਕੀ ਸੀ ਉਹਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਪਣੇ ਕੋਲ ਕੀ ਨੇ, ਇਹਨਾਂ ਨੇ ਜੀਨੋਮਸ ਦੇ ਰਿਲੇਟਡ ਕੰਮ ਕੀਤਾ ਸੀ। ਕੀ ਸੀ, ਫॉर ਹਿਸ ਡਿਸਕਵਰੀ ਕੰਸਰਨਿੰਗ ਦੀ ਜੀਨੋਮਸ ਆਫ ਐਕਸਟਿੰਕਟ ਹੋਮਿਨਿਡਸ ਐਂਡ ਹਿਊਮਨ ਐਵੋਲੂਸ਼ਨ। ਹਿਊਮਨ ਦੇ ਐਵੋਲੂਸ਼ਨ ਦੇ ਰਿਲੇਟਡ, ਜੀਨੋਮਸ ਦੇ ਰਿਲੇਟਡ ਇਹਨਾਂ ਨੇ ਕੰਮ ਕੀਤਾ, ਜਿਹਦੇ ਕਰਕੇ ਇਹਨਾਂ ਨੂੰ ਇਸ ਸਾਲ ਦਾ ਨੋਬਲ ਪ੍ਰਾਈਜ਼ ਮਿਲਿਆ। ਕਾਹਦੇ ਵਿੱਚ, ਮੈਡੀਸਿਨ ਦੇ ਵਿੱਚ ਜਾਂ ਫਿਜ਼ੀਓਲੋਜੀ ਦੇ ਵਿੱਚ। ਨੈਕਸਟ ਦੇਖੋ ਆਪਣੇ ਕੋਲ ਕੀ ਹੈ, ਨੈਕਸਟ ਹੈ ਦੀ ਨੋਬਲ ਪ੍ਰਾਈਜ਼ ਇਨ ਲਿਟਰੇਚਰ। ਹੁਣ ਲਿਟਰੇਚਰ ਦੀ ਗੱਲ ਹੋ ਰਹੀ ਹੈ ਇਸ ਸਾਲ ਦਾ ਅਗਰ ਲਿਟਰੇਚਰ ਦੀ ਗੱਲ ਕਰੀਏ ਜਿਹੜਾ ਨੋਬਲ ਪ੍ਰਾਈਜ਼ ਮਿਲਿਆ ਉਹ ਕਿਹਨੂੰ ਮਿਲਿਆ, ਐਨੀ ਔਰਨੈਕਸ। ਐਨੀ ਔਰਨੈਕਸ ਨੂੰ ਇਸ ਸਾਲ ਦਾ ਲਿਟਰੇਚਰ ਦੇ ਵਿੱਚ ਅਵਾਰਡ ਮਿਲਿਆ। ਹੁਣ ਜੇ ਗੱਲ ਕਰੀਏ ਇਹਨਾਂ ਨੂੰ ਜਿਹੜਾ ਅਵਾਰਡ ਹੈ ਉਹ ਕਿਹਦੇ ਕਰਕੇ ਮਿਲਿਆ, ਕੀ ਇਹਨਾਂ ਨੇ ਕੰਮ ਕੀਤਾ ਸੀ, ਇਹਨਾਂ ਨੇ ਕੁਛ ਨਾ ਆਪਣੀ ਹੀ ਕਿੰਨੀ ਮਤਲਬ ਉਹਦੇ ਵਿੱਚ ਕਿਵੇਂ ਕਰੇਜ ਦਿਖਾ ਕੇ, ਮਤਲਬ ਆਪਣੀ ਮੈਮਰੀ ਦੇ ਵਿੱਚੋਂ ਮਤਲਬ ਕੁਝ ਚੀਜ਼ਾਂ ਲੱਭੀਆਂ ਸੀ ਜਿਹੜੀਆਂ ਕਾਫੀ ਮਤਲਬ ਇੰਟਰਸਟਿੰਗ ਸੀ, ਪੂਰੀ ਡਿਟੇਲ ਦੇ ਵਿੱਚ ਗੱਲ ਹੋਈ ਸੀ, ਠੀਕ ਹੈ। ਦੀ ਕਰੇਜ ਐਂਡ ਕਲੀਨਿਕਲ ਐਕਿਊਟੀ ਵਿਦ ਵਿਚ ਹੀ ਅਨਕਵਰ, ਕੀ ਆ ਦੇਖੋ, ਅਨਕਵਰ ਦੀ ਰੂਟਸ ਐਸਟ੍ਰੇਂਜਮੈਂਟ ਐਂਡ ਕਲੈਕਟਿਵ ਰਿਸਟ੍ਰੇਨਮੈਂਟਸ ਆਫ ਪਰਸਨਲ ਮੈਮਰੀ। ਆਪਣੀ ਹੀ ਮੈਮਰੀ ਦੇ ਵਿੱਚ ਜਾ ਕੇ ਉਹਨਾਂ ਨੇ ਕਿਵੇਂ ਉਸ ਚੀਜ਼ ਨੂੰ ਮਤਲਬ ਸੁਲਝਾਇਆ, ਠੀਕ ਹੈ। ਜੋ ਉਹਨਾਂ ਦੀ ਮੈਮਰੀ ਦੇ ਵਿੱਚ ਚੀਜ਼ਾਂ ਸੀਗੀਆਂ ਉਹਦੇ ਰਿਲੇਟਡ ਉਹਨਾਂ ਨੇ ਜੋ ਮਤਲਬ ਲਿਟਰੇਚਰ ਦੇ ਵਿੱਚ ਲਿਖਿਆ, ਜੋ ਉਹਨਾਂ ਨੇ ਲਿਖਿਆ ਉਹ ਸਾਰੇ ਦੇ ਕਰਕੇ ਉਹਨਾਂ ਨੂੰ ਇਹ ਲਿਟਰੇਚਰ ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ। ਨੈਕਸਟ ਦੇਖੋ ਆਪਣੇ ਕੋਲ ਕੀ ਹੈ, ਦੀ ਨੋਬਲ ਪ੍ਰਾਈਜ਼ ਇਨ ਪੀਸ ਕੈਟਾਗਰੀ। ਹੁਣ ਕਿਹਦੇ ਵਿੱਚ ਆਪਾਂ ਪੀਸ ਫੀਲਡ ਦੇ ਵਿੱਚ ਗੱਲ ਕਰੀਏ ਵੀ ਪੀਸ ਜਿਹੜਾ ਨੋਬਲ ਪੀਸ ਪ੍ਰਾਈਜ਼ ਹੈ, ਜਿਹੜਾ ਮੇਰਾ ਹਮੇਸ਼ਾ ਬਾਰ-ਬਾਰ ਨੋਬਲ ਪੀਸ ਪ੍ਰਾਈਜ਼ ਹੀ ਨਿਕਲ ਰਿਹਾ ਉਹਦੇ ਵਿੱਚੋਂ, ਹੁਣ ਉਹੀ ਫੀਲਡ ਆ ਗਈ। ਫਾਈਨਲੀ ਇਹ ਨਿਕਲੂਗਾ ਤਾਂ ਨੋਬਲ ਪੀਸ ਪ੍ਰਾਈਜ਼ ਮੈਂ ਕਹਿਣਾ ਬੰਦ ਕਰੂੰਗਾ। ਓਕੇ, ਹੁਣ ਅਗਰ ਨੋਬਲ ਪੀਸ ਪ੍ਰਾਈਜ਼ ਦੀ ਗੱਲ ਕਰੀਏ ਇਸ ਸਾਲ 2022 ਦਾ, ਤਾਂ ਉਹ ਕਿਹਨੂੰ ਦਿੱਤਾ ਗਿਆ, ਤਾਂ ਉਹ ਐਲਐਸ ਬੈਲੈਸਕੀ ਨੂੰ, ਐਲਐਸ ਬੈਲੈਸਕੀ ਨੂੰ ਇਹ ਨੋਬਲ ਪੀਸ ਪ੍ਰਾਈਜ਼ ਦਾ ਅਵਾਰਡ ਦਿੱਤਾ। ਇਹ ਇਕਲੌਤੇ ਪਰਸਨ ਨੇ ਇਸ ਫੀਲਡ ਦੇ ਵਿੱਚ ਇਕਲੌਤੇ ਪਰਸਨ ਨੇ। ਜਿਹੜੇ ਬਾਕੀ ਦੋ ਨੇ ਉਹ ਕੀ ਨੇ, ਆਰਗੇਨਾਈਜੇਸ਼ਨ ਨੇ। ਬਾਕੀ ਦੋ ਨੇ और ਕੀ ਨੇ, ਆਰਗੇਨਾਈਜੇਸ਼ਨ ਨੇ। ਉਹਦੇ ਵਿੱਚ ਆਪਣੇ ਕੋਲ ਇੱਕ ਆਈ ਨੇ ਮੈਮੋਰੀਅਲ ਤੇ ਦੂਜੀ ਆਪਣੇ ਕੋਲ ਕਿਹੜੀ ਹੈ, ਸੈਂਟਰ ਫॉर ਸਿਵਲ ਲਿਬਰਟੀਜ਼। ਦੂਜੀ ਕਿਹੜੀ ਆਉਂਦੀ ਹੈ, ਸੈਂਟਰ ਫॉर ਸਿਵਲ ਲਿਬਰਟੀਜ਼, ਠੀਕ ਹੈ। ਇਹ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਨੂੰ ਕੀ ਮਿਲਿਆ, ਪੀਸ ਪ੍ਰਾਈਜ਼ ਮਿਲਿਆ। ਓਕੇ, ਅਗਰ ਦੇਖਿਆ ਜਾਵੇ ਤਾਂ ਇਹਨਾਂ ਨੂੰ ਕਾਹਦੇ ਲਈ ਮਿਲਿਆ, ਉਹਦੇ ਪਿੱਛੇ ਰੀਜ਼ਨ ਕੀ ਹੈ ਵੀ ਜੋ ਮਤਲਬ ਯੂਕਰੇਨ ਤੇ ਮਤਲਬ ਰਸ਼ੀਆ ਦੇ ਵਿੱਚ ਜਿਹੜੀ ਵਾਰ ਚੱਲ ਰਹੀ ਸੀ ਤਾਂ ਉਹਦੇ ਵਿੱਚ ਇਹ ਸਾਰੇ ਮਤਲਬ ਇੰਕਲੂਡਡ ਸੀਗੇ। ਇਹਨਾਂ ਨੇ ਕਾਫੀ ਜ਼ਿਆਦਾ ਕੰਮ ਕੀਤੇ ਆ ਪੀਸ ਰਿਲੇਟਡ, ਜਿਹਦੇ ਕਰਕੇ ਇਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ। ਨੋਬਲ ਪੀਸ ਪ੍ਰਾਈਜ਼ laureates represent the ਸਿਵਲ society in their home
country, they have many years promote the right of criticize power and protect the fundamental right of the citizen. They have made an outstanding effort to document war crime. ਇਹਨਾਂ ਨੇ ਕੀ ਕੀਤਾ, war crime ਨੂੰ ਵੀ ਡਾਕੂਮੈਂਟ ਕੀਤਾ ਵੀ ਕਿਵੇਂ ਹੋ ਰਹੀ ਹੈ, ਕੀ ਹੋ ਰਹੀ ਹੈ, ਕਿਸ ਜਗ੍ਹਾ ਤੇ ਕੀ ਮੂਵਮੈਂਟ ਹੋ ਰਹੀ ਹੈ, ਉਹ ਸਾਰਾ ਕੁਝ ਠੀਕ ਹੈ। ਹਿਊਮਨ ਰਾਈਟਸ ਅਬਿਊਜ਼, ਜੋ ਉੱਥੇ ਹਿਊਮਨ ਰਾਈਟਸ ਮਤਲਬ ਹਿਊਮਨ ਅਬਿਊਜ਼ ਹੋ ਰਿਹਾ ਉਹਨਾਂ ਰਿਲੇਟਿਡ ਠੀਕ ਹੈ। ਐਂਡ ਅਬਿਊਜ਼ ਆਫ ਪਾਵਰ, ਵੀ ਕਿਵੇਂ ਪਾਵਰ ਦਾ ਅਬਿਊਜ਼ ਗਲਤ ਤਰੀਕੇ ਨਾਲ ਕੀਤਾ ਹੈ, ਪਾਵਰ ਦੀ ਵਰਤੋਂ ਕਿਵੇਂ ਗਲਤ ਤਰੀਕੇ ਨਾਲ ਕੀਤੀ ਹੈ। ਟੂਗੈਦਰ ਦੇ ਡੈਮੋਸਟ੍ਰੇਟ ਦੀ ਕੀ ਹੈ ਸਿਗਨੀਫਿਕੈਂਸ ਆਫ ਸਿਵਲ ਸੁਸਾਇਟੀ ਫॉर ਪੀਸ ਐਂਡ ਡੈਮੋਕ੍ਰੇਸੀ। ਇਹਨਾਂ ਨੇ ਮਿਲ ਕੇ ਦਿਖਾਇਆ ਵੀ ਕਿਵੇਂ ਪੀਸ ਤੇ ਡੈਮੋਕ੍ਰੇਸੀ ਦੇ ਥਰੂ ਹੀ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਚੇਂजेस लेके आ सकते हो। ओके चलो नेक्स्ट देखो अपने को की है, नेक्स्ट है The Severick Riksbank Prize in Economic Science in the memory of Alfred Nobel 2022। ਇਸ ਸਾਲ ਦੇ ਜਿਹੜੇ 2022 ਦੇ ਇਕਨੋਮਿਕ ਸਾਇੰਸ ਦੇ ਜਿਹੜੇ ਅਵਾਰਡ ਦਿੱਤੇ ਗਏ ਆ, ਜਿਹੜੇ ਨੋਬਲ ਪ੍ਰਾਈਜ਼ ਦਿੱਤੇ ਗਏ ਆ, ਉਹ ਵੀ ਕਿਹਨੂੰ ਮਿਲਿਆ, 3 ਲੋਕਾਂ ਨੂੰ ਮਿਲਿਆ, 3 ਲੋਰੈਟਸ ਨੂੰ ਮਿਲਿਆ। ਉਹਨਾਂ ਦੀ ਗੱਲ ਕਰੇ ਤਾਂ ਉਹਦੇ ਵਿੱਚ ਆਪਣੇ ਕੋਲ ਸਭ ਤੋਂ ਪਹਿਲੇ ਕੌਣ ਆਇਆ, ਸਭ ਤੋਂ ਪਹਿਲੇ ਆਇਆ ਬੈਨ ਐਸ ਬਾਰਨੇਕੇ। ਕੌਣ ਹੈ, ਬਾਰਨੇਕੇ। ਕੌਣ ਹੈ, ਬਾਰ ਨਾਨਕੇ, ਨਾਨਕੇ ਹੈ ਓਕੇ, ਬੈਨ ਐਸ ਬਾਹਰ ਨਾਨਕੇ। ਉਹਨਾਂ ਦੀ ਗੱਲ ਕਰੀਏ ਤਾਂ ਉਹ ਕੀ ਹੈ, ਸਭ ਤੋਂ ਪਹਿਲਾਂ ਜਿਹੜਾ ਉਹਨਾਂ ਮਤਲਬ ਪਹਿਲੇ ਪਰਸਨ ਹੈ ਜਿਨ੍ਹਾਂ ਨੂੰ ਕੀ ਮਿਲਿਆ, ਇਹ ਇਕਨੋਮਿਕ ਸਾਇੰਸ ਦੇ ਵਿੱਚ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ। ਦੂਜੇ ਪਰਸਨ ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਹੈ, ਡਗਲਸ ਡਬਲਿਊ ਡਾਇਮੰਡ। ਤੇ ਤੀਜੇ ਪਰਸਨ ਆਪਣੇ ਕੋਲ ਕੀ ਹੈ, ਫਿਲਿਪ ਐਚ ਡਾਇਬਿਕ, ਫਿਲਿਪ ਐਚ ਡਾਇਬਿਕ। ਹੁਣ ਇਹਨਾਂ ਦੀ ਗੱਲ ਕਰੀਏ ਜਿਹੜਾ ਇਹਨਾਂ ਨੂੰ ਇਕਨੋਮਿਕ ਸਾਇੰਸ ਦੇ ਵਿੱਚ ਜਿਹੜਾ ਨੋਬਲ ਪ੍ਰਾਈਜ਼ ਮਿਲਿਆ ਉਹ ਕਿਹਦੇ ਕਰਕੇ ਮਿਲਿਆ, ਤਾਂ ਕਿ ਉਹਨਾਂ ਨੇ ਕੁਝ ਰਿਸਰਚ ਕੀਤੀ ਜੋ ਰਿਸਰਚ ਕਿਹਦੇ ਰਿਲੇਟਡ ਸੀਗੀ, ਬੈਂਕਸ ਐਂਡ ਫਾਈਨੈਂਸ਼ੀਅਲ ਕ੍ਰਾਈਸਿਸ। ਜਿਹੜੇ ਕ੍ਰਾਈਸਿਸ ਹੁੰਦੇ ਆ ਉਹਨਾਂ ਦੇ ਵਿੱਚ ਇਹਨਾਂ ਨੇ ਕਾਫੀ ਰਿਸਰਚ ਕੀਤੀ ਸੀ, ਜਿਹਦੇ ਕਰਕੇ ਇਹਨਾਂ ਨੂੰ ਇਸ ਸਾਲ ਦਾ 2022 ਦਾ ਇਕਨੋਮਿਕ ਸਾਇੰਸ ਦਾ ਨੋਬਲ ਪ੍ਰਾਈਜ਼ ਮਿਲਿਆ। ਓਕੇ ਚਲੋ ਜੀ ਨੈਕਸਟ, ਚਲੋ ਦੈਟਸ ਆਲ ਫॉर ਟੂਡੇ। ਓਕੇ ਹੁਣ ਜਿਹੜਾ ਚੀਜ਼ਾਂ ਤੁਹਾਨੂੰ ਇਹਦੇ ਵਿੱਚ ਦੱਸੀਆਂ ਨੇ ਉਹ ਇੰਪੋਰਟੈਂਟ ਨੇ, ਐਗਜ਼ਾਮ ਪੁਆਇੰਟ ਆਫ ਵਿਊ 'ਚ ਉਹ ਚੀਜ਼ਾਂ ਆ ਸਕਦੀਆਂ ਨੇ, ਉਹ ਚੀਜ਼ਾਂ ਤੇ ਖਾਸ ਧਿਆਨ ਰੱਖਿਓ ਠੀਕ ਹੈ ਜੀ। ਚਲੋ ਦੈਟਸ ਆਲ ਫॉर ਟੂਡੇ, ਟੇਕ ਕੇਅਰ, ਬਾਏ ਬਾਏ, ਸੀ ਯੂ ਐਂਡ ਜੈ ਹਿੰਦ।